ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਤੇ ਪੰਜਾਬ ਦੀ ਸਿਆਸਤ ਨੂੰ, ਜਿਸ ਤਰੀਕੇ ਦੇ ਨਾਲ ਇੱਕ ਅੜੀਅਲ ਰਵੱਈਆ ਬਣਿਆ ਹੋਇਆ, ਇਸ ਦਾ ਭਵਿੱਖ ਕਿੱਦਾਂ ਦੇਖਦੇ ਹੋ? ਇੱਥੇ ਕਿਸਾਨੀ ਅੰਦੋਲਨ ਖੜਾ ਹੋ ਗਿਆ, ਫਿਰ ਪੰਜਾਬ ਸਰਕਾਰ ਨੂੰ ਵੀ ਨਹੀਂ ਤਾਂ ਪੰਜਾਬ ਸਰਕਾਰ ਵੀ ਸ਼ਾਇਦ ਚੁੱਪ ਰਹਿੰਦੀ ਵੀ ਠੀਕ ਆ ਕੋਈ ਜਾਂਦੇ ਨੇ। GST 'ਤੇ ਬੋਲੀ ਨਹੀਂ ਨਾ। ਪੰਜਾਬ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਜਾਂ ਪੰਜਾਬੀ ਮਹਿਸੂਸ ਕਰਦੇ ਨੇ ਕਿ ਸਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ? ਸੰਵਿਧਾਨ ਕਿਹਨੇ ਬਣਾਇਆ? ਸੰਵਿਧਾਨ ਬਣਾਇਆ ਉਹਨਾਂ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ। ਜਿਹੜੇ ਅੱਜ ਰਾਜ ਕਰ ਰਹੇ ਨੇ ਕੇਂਦਰ 'ਚ, ਇਹਨਾਂ ਨੇ ਆਜ਼ਾਦੀ 'ਚ ਜਮਾ ਡੱਕਾ ਨਹੀਂ ਕਰਿਆ। ਜੇ ਕੋਈ ਗਿਆ ਇਹਨਾਂ ਦਾ ਤਾਂ ਮਾਫੀ ਮੰਗ ਕੇ ਆਇਆ। ਤੇ ਹੁਣ ਵੀ ਲੱਗਦਾ ਹੈ ਕੋਈ ਇਹੋ ਜਿਹੀ ਜੰਗ ਜਿਹੜੀ ਹੈ ਉਹ ਜੇ ਕੇਂਦਰ ਤੇ ਦਬਾਅ ਪਾਉਣ ਦੇ ਲਈ, ਇਸੇ ਤਰ੍ਹਾਂ ਦੀ ਜੰਗ ਜਿਹੜੀ 19 ਮਹੀਨੇ ਚਲੋ ਸੰਘਰਸ਼ ਸਾਨੂੰ ਤਾਂ ਚੱਲਦਿਆਂ ਕਈ ਮਹੀਨੇ ਸਾਡੇ ਵੀ ਹੋ ਗਏ ਹੁਣ ਇਸ ਵੇਲੇ ਕਿਸਾਨੀ ਸੰਘਰਸ਼ ਨੂੰ ਲੈ ਕੇ। ਪੰਜਾਬੀ ਚੁੱਪ ਨਹੀਂ ਕਰਦੇ, ਫਿਰ ਵੀ ਧੱਕਾ ਤਾਂ ਹੋ ਗਿਆ। ਪਰ ਜਦ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤੇ 19 ਮਹੀਨੇ ਸਟਰਗਲ ਇਕੱਲੇ ਪੰਜਾਬੀ ਕਰਦੇ ਰਹੇ। ਅਕਾਲੀ ਦਲ 19 ਮਹੀਨੇ ਰੋਜ਼ 5 ਬੰਦੇ ਭੇਜਦਾ ਰਿਹਾ ਜੇਲ੍ਹ 'ਚ। ਤੇ ਫਿਰ ਮੁੱਖ ਮੰਤਰੀਆਂ ਦੀ ਜ਼ਰੂਰਤ ਕੀ ਹੈ ਸੂਬਿਆਂ ਦੇ ਵਿੱਚ? ਸੂਬਿਆਂ ਦੀ ਲੋੜ ਕੀ ਹੈ? ਉੱਥੇ ਸਰਕਾਰਾਂ ਦੀ ਲੋੜ ਕੀ ਹੈ ਜੇ ਕੇਂਦਰ ਦੇ ਕਾਨੂੰਨ ਥੋਪੇ ਜਾਣੇ ਨੇ? ਇਹ ਕੇਂਦਰ ਕੀ ਸਮਝਦਾ ਵੀ ਇਹ ਜਿਹੜੀ ਦੂਜੀ ਪਾਰਟੀ ਹੈ, ਪਾਰਟੀ ਨਹੀਂ ਹੈ, ਸਾਡੀ ਸਬੋਰਡੀਨੇਟ ਹੈ, ਸਾਡੇ ਅਧੀਨ ਹੈ। ਅਧੀਨ ਨਹੀਂ, ਹਾਂ ਅਸੀਂ ਕੋਈ ਸੂਬਾ ਕਿਸੇ ਕੇਂਦਰ ਦੇ ਅਧੀਨ ਨਹੀਂ ਉਸ ਤਰੀਕੇ ਨਾਲ। ਪੰਜਾਬ ਜਿਹੜਾ ਤੁਸੀਂ ਕੈਰੋਂ ਦੇ ਵੇਲੇ ਦੀ ਗੱਲ ਕਰਦੇ ਹੋ, ਉਹ ਟੈਕਸ ਜਿਹੜਾ ਲਾਇਆ ਗਿਆ, ਥੋਪਿਆ ਗਿਆ, ਉਹ ਮੋਰਚੇ ਦੀ ਸਫਲਤਾ ਫਿਰ ਕਿੱਦਾਂ ਹੋਈ ਸੀ? ਅਰੈਸਟ ਕਰ ਲਿਆ, ਤਹਿਸੀਲਦਾਰ ਤੇ ਥਾਣੇਦਾਰ ਆ ਗਏ, ਪੁਲਿਸ ਆ ਗਈ ਵੀ ਉਹਨਾਂ ਦੀ ਜਾਇਦਾਦ ਕੁਰਕ ਕਰਨੀ ਹੈ, ਉਹਨਾਂ ਦੇ ਡੰਗਰ ਵੱਛਾ ਬੰਨ੍ਹ ਕੇ ਲਿਜਾਣ ਲੱਗੇ। ਇਹ ਬਿੱਲ ਲਿਆਉਣ ਤੋਂ ਬਾਅਦ ਵੀ ਰੌਲਾ ਰੱਪਾ ਪੈ ਗਿਆ। ਤੁਸੀਂ ਦੇਖਿਆ ਵਿਧਾਨ ਸਭਾ ਤੋਂ ਬਾਹਰ ਆ ਕੇ ਹੁਣ ਆਮ ਆਦਮੀ ਪਾਰਟੀ ਲਗਾਤਾਰ ਮੈਦਾਨ ਵਿੱਚ, ਅਕਾਲੀ ਦਲ ਵੀ ਮੈਦਾਨ 'ਚ ਕਿ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ ਅੰਦਰ ਕੀ ਹੋ ਗਿਆ। ਕਰੋਨਾ 'ਚ ਆ ਤੁਹਾਡੇ ਪਟਿਆਲੇ ਦੇ ਵਿੱਚ ਵੀ ਅਦਾਲਤ ਬਾਜ਼ਾਰ 'ਚ ਕਰਫਿਊ ਲੱਗਣਾ, ਇਹ ਕਰਫਿਊ ਹੋਣਾ ਹੈ, ਕਿਹੜੀ ਦੁਕਾਨ ਖੁੱਲ੍ਹਣੀ ਹੈ ਕਿਹੜੀ ਨਹੀਂ ਖੁੱਲ੍ਹਣੀ, ਇਹ ਕੇਂਦਰ ਡਿਸਾਈਡ ਕਰਦਾ ਸੀ, ਦਿੱਲੀ ਡਿਸਾਈਡ ਕਰਦਾ ਸੀ। ਤੇ ਮੈਂ ਦੂਜੀ ਪਾਰਟੀ ਦਾ, ਮੈਂ ਅਕਾਲੀ ਦਲ ਦਾ। ਉਹ ਨਵਜੋਤ ਸਿੱਧੂ ਕੀ ਬੋਲਦੇ ਨੇ ਮੈਂ ਉਹ ਸੁਣਨਾ ਹੈ ਨਾ, ਮੈਂ ਫਿਰ ਬਾਅਦ 'ਚ ਜਵਾਬ ਦੇਣਾ ਨਾ। 1919 'ਚ ਜਲ੍ਹਿਆਂਵਾਲੇ ਬਾਗ ਰਾਹੀਂ ਐ ਭਖ ਗਈ ਮੂਵਮੈਂਟ, ਹੁਣ ਇਹ ਮੂਵਮੈਂਟ ਉੱਦਾਂ ਦੀ ਭਖੂਗੇ। ਜਲ੍ਹਿਆਂਵਾਲਾ ਬਾਗ ਦੂਜਾ ਹੋਣ ਦੀ ਤਿਆਰੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖੇਤੀ ਬਿੱਲਾਂ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਇਸ ਦੇ ਵਿਚਾਲੇ ਸਵਾਲ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ। ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਜਿਹੜੇ ਆਪਸੀ ਤਾਲਮੇਲ ਜਾਂ ਰਿਸ਼ਤੇ ਕਹਿ ਲਓ ਕਿ ਸੁਖਾਵੇਂ ਨਜ਼ਰ ਨਹੀਂ ਆ ਰਹੇ। ਇਸ ਦਾ ਅਗਲਾ ਭਵਿੱਖ ਕੀ ਹੋਵੇਗਾ? ਕਿਤੇ ਨਾ ਕਿਤੇ ਸਵਾਲ ਇਹ ਉੱਠਦਾ ਹੈ ਕਿ ਕੀ ਸੂਬਿਆਂ ਦੇ ਕੋਲ ਕੋਈ ਅਧਿਕਾਰ ਨਹੀਂ? ਕੇਂਦਰ ਇਸ ਤਰ੍ਹਾਂ ਕਾਨੂੰਨ ਕਿਉਂ ਥੋਪ ਦਿੰਦਾ? ਫਿਰ ਤਾਂ ਕਹਿੰਦੇ ਮੁੱਖ ਮੰਤਰੀਆਂ ਦੀ ਜ਼ਰੂਰਤ ਹੀ ਨਹੀਂ ਜੇ ਇਸ ਤਰੀਕੇ ਦੇ ਨਾਲ ਕੇਂਦਰ ਕਾਨੂੰਨ ਥੋਪ ਕੇ ਜਿਹੜਾ ਉਹ ਹਰੇਕ ਸੂਬੇ ਦੇ ਵਿੱਚ ਆਪਣੀ ਜਿਹੜੀ ਹੈ ਉਹ ਵਾਹ ਲਗਾ ਦਿੰਦਾ ਕਿ ਵਾਰ-ਵਾਰ ਅੜੀਅਲ ਰਵੱਈਆ ਜਿਹੜਾ ਉਹ ਨਜ਼ਰ ਆਉਂਦਾ ਹੈ, ਜਿਸ ਨੂੰ ਲੈ ਕੇ ਅਸੀਂ ਇਸ ਮੁੱਦੇ ਉੱਤੇ ਚਰਚਾ ਕਰਨ ਦੇ ਲਈ ਉੱਘੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਦੇ ਕੋਲ ਪਹੁੰਚੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਤੇ ਪੰਜਾਬ ਦੀ ਸਿਆਸਤ ਨੂੰ, ਜਿਸ ਤਰੀਕੇ ਦੇ ਨਾਲ ਇੱਕ ਅੜੀਅਲ ਰਵੱਈਆ ਬਣਿਆ ਹੋਇਆ, ਇਸ ਦਾ ਭਵਿੱਖ ਕਿੱਦਾਂ ਦੇਖਦੇ ਹੋ? ਬਿਲਕੁਲ ਠੀਕ ਹੈ ਸੁਖਵਿੰਦਰ ਜੀ, ਵੀ ਜਿਹੜਾ ਅੱਜ ਇੱਕ ਪਾਸੇ ਕੇਂਦਰ ਨੇ ਕਾਨੂੰਨ ਬਣਾ ਕੇ ਸਾਰੇ ਸੂਬਿਆਂ 'ਤੇ ਥੋਪਤੇ। ਖੇਤੀ ਜਿਹੜਾ ਇੱਕ ਵਿਸ਼ਾ ਵਸਿਆ ਹੋਇਆ ਸੀ, ਵੈਸੇ ਤਾਂ ਪਹਿਲਾਂ ਬਾਕੀ ਵਿਸ਼ਿਆਂ 'ਤੇ ਉਹਨਾਂ ਨੇ ਖੋਹ ਲਏ ਨੇ ਅਧਿਕਾਰ, ਉਹਦੇ ਉੱਤੇ ਵੀ ਕੇਂਦਰ ਨੇ ਕਬਜ਼ਾ ਕਰਕੇ ਕਾਨੂੰਨ ਬਣਾਇਆ। ਤੇ ਕਿਸੇ ਨਾ ਕਿਸੇ ਤਰ੍ਹਾਂ ਕਹਿ ਲਓ ਵੀ ਪੰਜਾਬ ਜਿਹੜਾ ਆਮ ਤੌਰ 'ਤੇ ਇਹੋ ਜਿਹੇ ਗੱਲਾਂ ਨੂੰ ਜਿਹੜੇ ਧੱਕਾ ਹੈ ਉਹਨੂੰ ਇਹ ਨਹੀਂ ਬਰਦਾਸ਼ਤ ਕਰਦਾ। ਕਹਿੰਦੇ ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈ ਨਾ ਮੰਨਣ ਕਿਸੇ ਦੀ। ਇੱਥੇ ਕਿਸਾਨੀ ਅੰਦੋਲਨ ਖੜਾ ਹੋ ਗਿਆ, ਫਿਰ ਪੰਜਾਬ ਸਰਕਾਰ ਨੂੰ ਵੀ ਨਹੀਂ ਤਾਂ ਪੰਜਾਬ ਸਰਕਾਰ ਵੀ ਸ਼ਾਇਦ ਚੁੱਪ ਰਹਿੰਦੀ ਵੀ ਠੀਕ ਆ ਕੋਈ ਜਾਂਦੇ ਨੇ। GST 'ਤੇ ਬੋਲੀ ਨਹੀਂ ਨਾ, ਸਰਵਿਸ ਟਰਾਂਸਪੋਰਟ ਐਕਟ ਬਣਾਤਾ ਤੇ ਬੋਲੀ ਨਹੀਂ ਨਾ। ਸੋ ਉਹਦੇ ਨਾਲ ਇਹਨਾਂ ਨੇ ਹੁਣ ਬਿੱਲ ਪਾਸ ਕਰੇ ਨੇ। ਇੱਥੇ ਟੱਕਰ ਦਿਖਾਈ ਜਾ ਰਹੀ ਹੈ। ਜਿਹੜੇ ਤਾਂ ਕੇਂਦਰ ਸਰਕਾਰ ਦੇ ਸਮਰਥਕ ਨੇ ਉਹ ਕਹੀ ਜਾ ਰਹੇ ਨੇ ਦੇਖੋ ਜੀ ਹੁਣ ਰਾਸ਼ਟਰਪਤੀ ਨੇ, ਇਹ ਠੀਕ ਹੈ ਟੈਕਨੀਕਲੀ ਉਹ ਰਾਸ਼ਟਰਪਤੀ ਕੋਲ ਜਾਣਾ ਹੈ, ਤੇ ਪਰ ਮੈਂ ਕਹਾਂਗਾ ਵੀ ਜਿਹੜੇ ਬਿੱਲ ਬਣਾਏ ਨੇ ਉਹਨਾਂ ਨੇ ਤੇ ਇਹਨਾਂ ਨੇ ਜੇ ਇਹਦੇ ਜੋ ਕੁਛ ਇਹਨਾਂ 'ਚ ਲਿਖਿਆ ਹੈ ਇਹਦੇ ਮੁਤਾਬਕ, ਕਿਉਂਕਿ ਇਹਨਾਂ ਨੇ ਵਿੱਚ ਉਹ ਬਿੱਲਾਂ ਦਾ ਹਵਾਲਾ ਦਿੱਤਾ, ਜੇ ਆਪਦੇ ਬਿੱਲ ਪੈਰਲਲ ਬਣਾ ਦਿੰਦੇ ਤਾਂ ਜਿਹੜੇ ਇਹਨਾਂ ਦਾ ਉਹ ਨਹੀਂ ਲਾਗੂ ਹੋਣਾ, ਉਹਨੂੰ ਕਹਿੰਦੇ ਅਸੀਂ ਉਹਨਾਂ ਨੂੰ ਰੱਦ ਕਰ ਦਿਆਂ। ਹੁਣ ਉਹਨਾਂ 'ਚ ਅਮੈਂਡਮੈਂਟ ਕਰੀਏ, ਇਸ ਕਰਕੇ ਰਾਸ਼ਟਰਪਤੀ ਕੋਲ ਤਾਂ ਜਾਣੇ ਨੇ। ਪਰ ਸਾਡੇ ਸੰਵਿਧਾਨ ਦੇ ਵਿੱਚ ਸੰਵਿਧਾਨ ਘਾੜਿਆਂ ਨੇ। ਸੰਵਿਧਾਨ ਕਿਹਨੇ ਬਣਾਇਆ? ਸੰਵਿਧਾਨ ਬਣਾਇਆ ਉਹਨਾਂ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ। ਜਿਹੜੇ ਅੱਜ ਰਾਜ ਕਰ ਰਹੇ ਨੇ ਕੇਂਦਰ 'ਚ, ਇਹਨਾਂ ਨੇ ਆਜ਼ਾਦੀ 'ਚ ਜਮਾ ਡੱਕਾ ਨਹੀਂ ਕਰਿਆ। ਜੇ ਕੋਈ ਗਿਆ ਇਹਨਾਂ ਦਾ ਤਾਂ ਮਾਫੀ ਮੰਗ ਕੇ ਆਇਆ। ਸੋ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਉਹਨਾਂ ਨੂੰ ਪਤਾ ਸੀ ਵੀ ਸੰਵਿਧਾਨ ਕਾਹਦੇ ਵਾਸਤੇ ਬਣਾਉਣਾ। ਅਸੀਂ ਕਿੰਨਾ ਮੁੱਦਿਆਂ 'ਤੇ ਲੜਾਈ ਕਰੀ ਹੈ, ਕਿੰਨਾ ਮੁੱਦਿਆਂ 'ਤੇ ਇੰਨੇ ਸਿਰ ਦਿੱਤੇ ਨੇ, ਔਰ ਉਹਦੇ 'ਚ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਦਿੱਤੇ ਨੇ, ਪੰਜਾਬੀ ਜਗ੍ਹਾ ਸਿੱਖਾਂ ਨੇ ਸਭ ਤੋਂ ਜ਼ਿਆਦਾ ਦਿੱਤੇ ਨੇ। ਸੋ ਜਿਹੜੇ ਜਿੰਨੇ ਅਸੀਂ ਸਿਰ ਦਿੱਤੇ ਨੇ
ਤੇ ਉਹ ਦਿੱਤੇ ਤਾਂ ਇਸ ਵਾਸਤੇ ਸੀ ਕਿ ਸਾਨੂੰ ਆਪਣੇ ਆਪਣੇ ਖਿੱਤੇ 'ਚ ਆਪਣੀ ਆਪਣੀ ਬੋਲੀ, ਆਪਣਾ ਆਪਣਾ ਸੱਭਿਆਚਾਰ, ਆਪਣਾ ਆਪਣਾ ਅਰਥਚਾਰਾ, ਆਪਣੇ ਆਪਣੇ ਲੋਕਾਂ ਦੀ ਖੁਸ਼ਹਾਲੀ, ਉਹਦੇ ਵਾਸਤੇ ਸਾਨੂੰ ਖੁੱਲ੍ਹ ਡੁੱਲ੍ਹ ਮਿਲੇਗੀ ਹਿੰਦੁਸਤਾਨ 'ਚ, ਭਾਰਤ 'ਚ। ਉਹ ਮਿਲੀ ਨਹੀਂ। ਉਹ ਪਹਿਲਾਂ ਸੀਗੀ, ਫਿਰ ਘਟਦੀ ਗਈ। ਸਾਰੀਆਂ ਸਰਕਾਰਾਂ, ਕੇਂਦਰ ਦੀਆਂ ਸਰਕਾਰਾਂ, ਹਰ ਜਿਹੜਾ ਕਾਨੂੰਨ ਸੀ ਉਹਨੂੰ ਆਪਦੇ ਕਬਜ਼ੇ 'ਚ ਲੈਂਦੀਆਂ ਗਈਆਂ, ਧੱਕੇ ਨਾਲ ਲੈਂਦੀਆਂ ਗਈਆਂ, ਧੋਖੇ ਨਾਲ ਲੈਂਦੀਆਂ ਨਹੀਂ, ਜਿਵੇਂ ਮਰਜ਼ੀ ਲੈਂਦੀਆਂ ਗਈਆਂ। ਹੁਣ ਆ ਕੇ ਕਿਉਂਕਿ ਪਿੱਛੇ ਫਿਰ ਸਰਕਾਰਾਂ ਦੀ, ਸੂਬਾ ਸਰਕਾਰਾਂ ਦੀ ਇਹ ਹਾਲਤ ਹੋ ਗਈ ਕਿ ਇਹਨਾਂ ਨੂੰ ਪੈਸਿਆਂ ਦੀ ਕੇਂਦਰ ਤੋਂ ਲੋੜ ਪੈਗੀ। ਪਹਿਲਾਂ ਕੇਂਦਰ ਨੇ ਇੱਕ ਸਕੀਮ ਚਲਾਈ ਵੀ ਹਰੇਕ ਜਿਹੜਾ ਸੂਬੇ ਦਾ ਮਾਮਲਾ ਸੀ, ਜਾਂ ਤਾਂ ਉਹਨੂੰ ਲੈ ਜਾਓ ਸਾਂਝੀ ਸੂਚੀ 'ਚ। 3 ਸੂਚੀਆਂ ਨੇ ਸਾਡੇ ਸੰਵਿਧਾਨ 'ਚ। ਇੱਕ ਹੈਗਾ ਵੀ ਇਹਨਾਂ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਹੀ ਕਾਨੂੰਨ ਬਣਾਏਗੀ। ਕਰੰਸੀ ਹੈ, ਰੇਲਵੇ ਹੈ, ਪੋਸਟ ਆਫਿਸ ਨੇ, ਡਿਫੈਂਸ ਹੈ, ਫੋਰਨ ਰਿਲੇਸ਼ਨ ਨੇ, ਬਾਹਰਲਿਆਂ ਨਾਲ ਸੰਬੰਧਿਤ ਮੁਲਕਾਂ ਨਾਲ, ਉਹਦੇ ਉੱਤੇ ਕੇਂਦਰ ਕੋਲ ਨੇ। ਇਸੇ ਤਰ੍ਹਾਂ ਕੁਝ ਮੁੱਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਸਿਰਫ ਸੂਬਾ ਕਾਨੂੰਨ ਬਣਾਏਗਾ। ਉਹਨੂੰ ਲਿਸਟ 2 ਕਹਿੰਦੇ ਨੇ, ਸਟੇਟ ਲਿਸਟ। ਉਹਦੇ ਵਿੱਚ ਆ ਵੀ ਇਹ ਤਾਂ ਸੂਬਾ ਹੀ ਕਾਨੂੰਨ ਬਣਾਏਗਾ। ਇੱਕ ਤੀਜੀ ਸੂਚੀ ਬਣਾਤੀ ਵੀ ਜਿਹਦੇ ਜਿਵੇਂ ਆਪਾਂ ਕਹਿੰਦੇ ਸਾਂਝਾ ਜਾ ਹੁੰਦਾ ਕੰਮ, ਉਹ ਸਾਂਝੀ ਸੂਚੀ ਕਹਿੰਦੇ ਨੇ, ਉਹਨੂੰ ਕਨਕਰੈਂਟ ਲਿਸਟ ਕਹਿੰਦੇ ਨੇ ਅੰਗਰੇਜ਼ੀ 'ਚ। ਉਹ ਤੀਜੀ ਲਿਸਟ ਹੈ ਜਿਹਦੇ ਵਿੱਚ ਉਹ ਮੁੱਦੇ ਦੱਸਦੇ ਵੀ ਇਹਨਾਂ ਮੁੱਦਿਆਂ 'ਤੇ ਕੇਂਦਰ ਵੀ ਕਾਨੂੰਨ ਬਣਾ ਸਕਦਾ ਅਤੇ ਰਾਜ ਵੀ ਬਣਾ ਸਕਦਾ ਹੈ। ਹੁਣ ਇਹਨਾਂ ਦੇ ਵਿੱਚ ਜਿਹੜਾ ਖੇਤੀ ਹੈ, ਬਾਕੀ ਮੁੱਦਿਆਂ 'ਚ ਮੈਂ ਬਾਅਦ 'ਚ ਗੱਲ ਆਉਣਾ। ਖੇਤੀ ਜਿਹੜੀ ਹੈ ਉਹ ਕੇਂਦਰ ਦੇ ਉਸ 'ਚ ਹੈ ਹੀ ਨਹੀਂ, ਨਾ ਸਾਂਝੀ ਸੂਚੀ 'ਚ ਨਾ ਕੇਂਦਰ 'ਚ ਹੈ, ਉਹ ਸਿਰਫ ਸੂਬੇ ਦੀ ਸੂਚੀ 'ਚ ਹੈ। ਇਹ ਤਿੰਨੇ ਕਾਨੂੰਨ ਖੇਤੀ ਬਾਰੇ ਨੇ। ਹੁਣ ਖੇਤੀ ਬਾਰੇ ਕਾਨੂੰਨ ਜਿਹੜੇ ਨੇ ਉਹ ਸੂਬੇ ਦੀ ਸੂਚੀ ਹੈ ਜਿਹੜੀ, ਉਹਦੇ 14 ਨੰਬਰ 'ਤੇ ਦਰਜ ਨੇ ਵੀ ਖੇਤੀ ਹੈ ਜਿਹੜੀ ਉਹ ਸੂਬੇ ਕੋਲ ਹੈ। ਇਸ ਤੋਂ ਅੱਗੇ 28 ਨੰਬਰ 'ਤੇ ਇੱਕ ਹੋਰ ਦਰਜ ਹੈ, ਮਾਰਕੀਟਿੰਗ ਅਤੇ ਫੇਅਰ, ਮਾਰਕੀਟਸ ਐਂਡ ਫੇਅਰਸ। ਅੱਗੇ ਕੀ ਆਪਾਂ ਜਿਹੜੀ ਫਸਲ ਵੇਚਦੇ ਸੀ, ਮੰਡੀਆਂ ਲੱਗਦੀਆਂ ਸੀ, ਜਿਵੇਂ ਸਬਜ਼ੀ ਮੰਡੀ ਨਹੀਂ ਲੱਗਦੀ ਇੱਥੇ ਚੰਡੀਗੜ੍ਹ 'ਚ ਵੀ ਲੱਗਦੀ ਹੈ। ਸੋ ਮੰਡੀਆਂ ਲੱਗਦੀਆਂ ਨੇ, ਉੱਥੇ ਜਾ ਕੇ ਆਪਦਾ ਸਮਾਨ ਵੇਚਦਾ ਅਗਲਾ। ਕੁਝ ਮੇਲੇ ਲੱਗਦੇ ਨੇ, ਉੱਥੇ ਪਸ਼ੂਆਂ ਦੇ ਮੇਲੇ ਕਹਿੰਦੇ ਆਪਾਂ, ਉਹਨੂੰ ਮੰਡੀ ਵੀ ਕਹਿੰਦੇ ਨੇ। ਸਾਡੇ ਮਾਲਵੇ 'ਚ ਅੱਗੇ ਮੰਡੀ ਕਹਿੰਦੇ ਸੀ, ਕਈ ਪਸ਼ੂਆਂ ਦਾ ਮੇਲਾ ਕਹਿੰਦੇ ਨੇ। ਸੋ ਇਹ ਮੇਲੇ ਮੰਡੀਆਂ ਦਾ ਅਧਿਕਾਰ ਵੀ ਸਾਨੂੰ, ਜਾਣੀ ਕਿ ਇਹਨਾਂ ਦੇ ਵਿੱਚ ਸਾਰੀ ਵੇਚ ਵਟਕ ਅਸੀਂ ਕਰਨੀ ਹੈ। ਸਟੇਟ ਨੇ ਬਣਾਉਣੇ ਨੇ ਤੇ ਕਾਨੂੰਨ। ਹੁਣ ਕੇਂਦਰ ਨੇ ਜਿਹੜੇ ਬਾਕੀ ਸਾਡੇ ਸਿੱਖਿਆ ਦਾ, ਸਿਹਤ ਦਾ, ਜਿਹੜੇ ਲਾਇਸੈਂਸ, ਤੁਹਾਨੂੰ ਸ਼ਾਇਦ ਪਤਾ ਹੋਵੇ, ਜਿਹੜਾ ਆਪਾਂ ਡਰਾਈਵਿੰਗ ਲਾਇਸੈਂਸ ਲੈਂਦੇ ਹਾਂ, ਜਿਹੜੀ ਗੱਡੀ ਦੀ RC ਬਣਾਉਂਦੇ ਆ, ਇਹਨਾਂ ਸਾਰਿਆਂ ਦਾ ਕਾਨੂੰਨ ਵੀ ਗਡਕਰੀ ਸਾਹਿਬ ਨੇ ਇੱਕ ਨਵਾਂ ਕਾਨੂੰਨ ਬਣਾਤਾ, ਸਰਫੇਸ ਟਰਾਂਸਪੋਰਟ ਐਕਟ। ਉਹਦੇ ਅੰਡਰ ਆਪ ਲੈ ਲਿਆ। ਜਿਹੜਾ ਟੈਕਸ ਲਾਉਂਦੇ ਸੀ ਅਸੀਂ, ਉਹ ਵੀ GST ਦੇ ਨਾਂ ਦੇ ਥੱਲੇ ਲੈ ਲਿਆ। ਸੋ ਸਿੱਖਿਆ, ਸਿਹਤ, ਸਰਫੇਸ ਟਰਾਂਸਪੋਰਟ ਅਤੇ GST ਇਹ ਲੈ ਲਈ। ਇੱਕ ਤਰੀਕਾ ਕੇਂਦਰ ਨੇ ਹੋਰ ਵਰਤਿਆ ਵੀ ਮੁੱਦੇ ਨੂੰ ਸਾਂਝੀ ਸੂਚੀ 'ਚ ਲੈ ਜਾਓ। ਮੈਡੀਕਲ ਸਿੱਖਿਆ ਨੂੰ ਸਾਂਝੀ ਸੂਚੀ 'ਚ ਲੈ ਗਏ। ਇੱਕ ਹੋਰ ਤਰੀਕਾ ਵਰਤਿਆ ਵੀ ਇਹਨਾਂ ਨੂੰ ਪਹਿਲਾਂ ਪੈਸੇ ਦੇਣੇ ਸ਼ੁਰੂ ਕਰ ਦਿਓ ਥੋੜ੍ਹੇ, ਫਿਰ ਇਹਨਾਂ ਨੂੰ ਨਿਰਭਰ ਬਣਾ ਲਓ, ਫਿਰ ਕੁਛ ਤੋਂ ਚੱਲਦਾ ਨਹੀਂ, ਸੋ ਇਹ ਆਪ ਹੀ ਹਾਂ ਕਰ ਦੇਣਾ। ਸੋ ਇਹ ਕਈ ਤਰੀਕੇ ਵਰਤੇ ਨੇ। ਡਾਕਟਰ ਸਾਹਿਬ, ਇਸ ਸਭ ਦੇ ਵਿਚਾਲੇ ਜੇ ਆਪਾਂ ਦੇਖੀਏ, ਇੱਕ ਸਵਾਲ ਹੋਰ ਬਣਦਾ ਕਿ ਕੇਂਦਰ ਜਦੋਂ ਵੀ ਕੋਈ ਫੈਸਲਾ ਲੈਂਦਾ, ਉਹਦੇ ਵਿੱਚ ਪੰਜਾਬ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ, ਜਾਂ ਪੰਜਾਬੀ ਮਹਿਸੂਸ ਕਰਦੇ ਨੇ ਕਿ ਸਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ? ਇਤਿਹਾਸ ਦੇ ਵਿੱਚ ਕਦੇ ਕੋਈ ਇਹੋ ਜਿਹਾ ਵੇਲਾ ਆਇਆ, ਜਿਵੇਂ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਸਮਾਂ ਆ ਗਿਆ, ਕੋਈ ਪਿਛੋਕੜ ਦੇ ਵਿੱਚ ਇਹੋ ਜਿਹਾ ਕਿਸੇ ਪਾਰਟੀ ਨੇ ਇੱਦਾਂ ਕੇਂਦਰ ਤੋਂ ਪੰਜਾਬ ਨੂੰ ਜਿਹੜਾ ਇਸ ਤਰ੍ਹਾਂ ਥੋਪਿਆ ਗਿਆ ਹੋਵੇ, ਕੋਈ ਇਹੋ ਜਿਹੀ ਕੋਈ ਗੱਲ ਪਹਿਲਾਂ ਰਹੀ ਹੋਵੇ? ਹਾਂ, ਬਹੁਤ ਰਹੀਆਂ ਨੇ। ਬੇਸਿਕਲੀ ਕੀ ਹੈ, ਜੇ ਅਸੀਂ ਦੇਖੀਏ ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ ਹੈ, ਉੱਦਾਂ ਦੇ ਪੰਜਾਬ ਨਾਲ ਕੇਂਦਰ ਦੀ ਜਿਹੜੀ ਮਰਜ਼ੀ ਸਰਕਾਰ ਆ ਗਈ, ਕੇਂਦਰ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਧੱਕਾ ਹੀ ਕਰਦੀਆਂ ਆਈਆਂ ਨੇ। ਅਤੇ ਜਿਹੜੀਆਂ ਉਹਨਾਂ ਦੀਆਂ ਪਾਰਟੀਆਂ ਦੀ ਉਰੇ ਪਾਰਟੀ ਰਾਜ ਕਰਦੀ, ਉਹਨੇ ਵੀ ਕਦੇ ਬਹੁਤਾ ਪੰਜਾਬ ਦੇ ਹਿੱਤ ਨੂੰ ਉਸ ਤਰੀਕੇ ਨਾਲ ਨਹੀਂ ਸੋਚਿਆ, ਜਿਹੜੀਆਂ ਇੱਥੇ ਵੀ ਰਾਜ ਕਰਦੀਆਂ ਰਹੀਆਂ ਕੇਂਦਰ ਦੇ ਨਾਲ, ਕੇਂਦਰ ਦੀਆਂ ਜਿਵੇਂ। ਉਹਦੇ ਵਿੱਚ ਕੀ ਹੁੰਦਾ ਰਿਹਾ, ਕੇਂਦਰ ਨੇ ਪੰਜਾਬ ਨਾਲ ਪਹਿਲਾਂ ਧੱਕਾ ਇਹ ਕਰਿਆ, ਜਦ ਕਿ ਸਾਡਾ ਸੰਵਿਧਾਨ ਬਣਿਆ, ਸਭ ਤੋਂ ਪਹਿਲਾਂ 14 ਭਾਸ਼ਾ ਸੀਗੀਆਂ ਉਹਦੇ 'ਚ, ਪੰਜਾਬੀ ਵਿੱਚ ਇੱਕ ਭਾਸ਼ਾ ਸੀ। ਔਰ ਪੰਜਾਬੀਆਂ ਨੇ ਬੜੀ ਖੁੱਲ੍ਹਦਿਲੀ ਨਾਲ ਕਿਹਾ, ਸਿੱਖਾਂ ਨੇ ਖਾਸ ਕਰਕੇ, ਵੀ ਕੋਈ ਗੱਲ ਨਹੀਂ, ਅਸੀਂ ਭਾਰਤ ਦੇ ਨਾਲ ਰਹਾਂਗੇ, ਨਹੀਂ ਤਾਂ ਵੱਖਰੇ ਹੋ ਸਕਦੇ। ਤਿੰਨ ਜਿਹੜੀਆਂ ਕੌਮਾਂ ਦਾ ਫਾਰਮੂਲਾ ਤਾਂ ਕਿ ਉਹਨੇ ਦਿੱਤਾ ਸੀ 1935 'ਚ ਕਮਿਊਨਲ ਅਵਾਰਡ 'ਚ। ਸਿੱਖਾਂ ਨੂੰ ਵੋਟ ਪਾਉਣਗੇ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ। ਜੇ ਮੁਸਲਮਾਨਾਂ ਨੇ ਆਪਦਾ ਦੇਸ਼ ਬਣਾ ਲਿਆ, ਪਰ ਭਾਰਤ ਨੇ ਕਿਹਾ ਅਸੀਂ ਹਿੰਦੂਆਂ ਦਾ ਦੇਸ਼ ਨਹੀਂ ਬਣਾਉਣਾ, ਅਸੀਂ ਭਾਰਤ ਬਣਾਉਣਾ। ਅਤੇ ਇਹ ਇੱਕ ਦੇਸ਼ ਨਹੀਂ ਹੈ, ਯੂਨੀਅਨ ਆਫ ਸਟੇਟਸ ਹੈ, ਸੂਬਿਆਂ ਦਾ ਇੱਕ ਮਿਡਗੋਬਾ, ਸੂਬੇ ਰਲ ਕੇ। ਸੋ ਉਹ ਦੇਸ਼ ਹੈ ਇਹ ਕੋਈ ਐ ਨਹੀਂ ਹੈ ਵੀ ਭਾਰਤ ਕੋਈ ਆਪਣੇ ਆਪ 'ਚ ਹੋਇਆ, ਉਹ ਸੂਬਿਆਂ ਦੀ ਯੂਨੀਅਨ ਹੈ। ਯੂਨੀਅਨ ਮੀਨਜ਼ ਇੱਕ ਇਹਨਾਂ ਦਾ ਇੱਕ ਜੋੜ ਹੈ, ਗੱਠਜੋੜ ਹੈ। ਸੋ ਜਿਹੜਾ ਸੂਬਿਆਂ ਦੇ ਗੱਠਜੋੜ 'ਚ ਪੰਜਾਬ ਨੇ ਕਿਹਾ ਵੀ ਠੀਕ ਹੈ, ਖੁਦ ਦਿਖਾਈ ਵੀ ਅਸੀਂ ਇੰਨੀ ਕੁਰਬਾਨੀ ਕਰੀ ਆ, ਇਹ ਸ਼ਾਮਲ। ਪਰ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਉਣ ਦਾ ਫੈਸਲਾ ਹੋਇਆ, ਪੰਜਾਬੀ ਦੇ ਆਧਾਰ 'ਤੇ ਬਣਾਇਆ ਨਹੀਂ। ਪਹਿਲੀ ਲੜਾਈ ਤੁਰੰਤ ਪੰਜਾਬੀਆਂ ਨੂੰ ਕਰਨੀ ਪਈ ਵੀ ਸਾਡਾ ਪੰਜਾਬੀ ਦੇ ਆਧਾਰ 'ਤੇ ਸੂਬਾ ਬਣਾਓ। ਇਹ ਕਿਉਂ ਨਹੀਂ ਬਣਾਇਆ ਗਿਆ?
ਬਣਾਉਣ ਦਾ ਵੱਡਾ ਕਾਰਨ ਇਹ ਹੈ ਕਿ ਜਿੰਨੀਆਂ ਵੀ ਕੇਂਦਰ ਦੇ ਵਿੱਚ ਸਰਕਾਰਾਂ ਆਈਆਂ ਨੇ, ਇੱਕ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ, ਮੈਨੂੰ ਕਹਿਣ 'ਚ ਕੋਈ ਉਹ ਨਹੀਂ ਹੈ, ਉਹਨਾਂ ਦੇ ਮਨ 'ਚ ਪੰਜਾਬੀ ਪ੍ਰਤੀ, ਪੰਜਾਬੀਆਂ ਪ੍ਰਤੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਸੀ ਉਹ ਇਹੀ ਰਿਹਾ ਵੀ ਇਹ ਠੀਕ ਨਹੀਂ ਹੈਗੇ, ਮਾੜੇ ਨੇ। ਦੂਜਾ ਉਹਨਾਂ ਨੂੰ ਡਰ ਸੀ ਵੀ ਪੰਜਾਬੀ ਜਿਹੜੇ ਨੇ ਬੋਲਦੇ ਨੇ, ਇਹ ਬੋਲਣੋਂ ਹਟਦੇ ਨਹੀਂ, ਇਹ ਜੇ ਆਪਾਂ ਵਿੱਚ ਹਿੰਦੀ ਵਾਲੇ ਹੋਰ ਸਾਰੇ ਰਾਲ ਰੂਲ ਰੱਖਾਂਗੇ ਫਿਰ ਇਹਨਾਂ ਦੀ ਤਾਕਤ ਘਟੀ ਰਹੂਗੀ। ਸੋ ਸਾਡੀ ਤਾਕਤ ਘਟਾਉਂਦਾ, ਕਿਉਂਕਿ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਇਹਨਾਂ ਨੂੰ ਪਤਾ ਤਾਂ ਹੈਗਾ ਹੀ ਸੀ ਨਾ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਤਾਂ ਅੰਗਰੇਜ਼ ਨੂੰ ਵੀ ਸੰਧੀ ਕਰਨੀ ਪਈ, ਅੱਡੇ ਤੱਕ ਰਾਜ ਉਹ ਲੈ ਗਏ, ਠੀਕ ਹੈ। ਸੋ ਇਸ ਕਰਕੇ ਉਹਦੇ ਵਿੱਚੋਂ ਔਰ ਆਜ਼ਾਦੀ ਦੀ ਲੜਾਈ 'ਚ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਨੇ ਕਰੀਆਂ ਨੇ। ਸੋ ਇਸ ਕਰਕੇ ਉਹ ਪੰਜਾਬੀ ਸੂਬਾ ਬਣਾਇਆ ਨਾ, ਪੰਜਾਬ ਦਾ ਮਤਲਬ ਪੰਜਾਬੀ ਬੋਲੀ ਦਾ ਇਲਾਕਾ, ਫਿਰ ਪੰਜਾਬੀ ਸੂਬੇ ਦੀ ਲੜਾਈ ਲੜਨੀ ਪਈ। ਪਹਿਲਾਂ ਮਾਸਟਰ ਤਾਰਾ ਸਿੰਘ ਨੇ, ਕਈਆਂ ਨੇ ਉਹਨੂੰ ਸਿੱਖ ਹੋਮਲੈਂਡ ਦਾ ਨਾਅਰਾ ਦਿੱਤਾ, ਕਈਆਂ ਨੇ ਖਾਲਿਸਤਾਨ ਦਾ ਨਾਅਰਾ ਦਿੱਤਾ ਬਾਅਦ 'ਚ, ਪਰ ਉਹ ਅਸਲ 'ਚ ਨਾਅਰਾ ਪੰਜਾਬੀ ਸੂਬੇ ਦਾ ਜਿਹੜਾ ਚੱਲਦਾ ਰਿਹਾ। ਅਤੇ ਫਿਰ ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਹੁੰਦੇ ਸੀ, ਉਹ ਅਕਾਲੀ ਦਲ 'ਚ ਉਸ ਵੇਲੇ ਪੰਜਾਬੀ ਸੂਬਾ ਬਣਿਆ, ਪਰ ਬੜਾ ਲੰਗੜਾ ਬਣਿਆ। ਮਤਲਬ ਪੰਜਾਬ ਨੂੰ ਆਪਣੀਆਂ ਹੱਕੀ ਮੰਗਾਂ ਦੇ ਲਈ ਲਗਾਤਾਰ ਸੰਘਰਸ਼ ਕਰਨਾ ਪਿਆ। ਮਤਲਬ 14 ਸਾਲ 16 ਸਾਲ 1966 ਜਾ ਕੇ ਬਣਿਆ, 18 ਸਾਲ ਹੋ ਗਏ 48 ਤੋਂ। 1166 ਨੂੰ ਪੰਜਾਬੀ ਸੂਬੇ ਦਾ ਗਠਨ ਹੁੰਦਾ ਹੈ, ਉਹ ਵੀ ਬੜਾ ਟੁੱਟਿਆ ਫੁੱਟਿਆ। ਗੁਲਜ਼ਾਰੀ ਲਾਲ ਨੰਦਾ ਉਦੋਂ ਹੋਮ ਮਿਨਿਸਟਰ ਸੀ। ਇਹ ਜਿਹਾ ਟੁੱਟਿਆ ਫੁੱਟਿਆ ਕਰਿਆ ਕਿ ਨਾ ਤਾਂ ਸਾਡੀ ਰਾਜਧਾਨੀ ਸਾਨੂੰ ਦਿੱਤੀ, ਨਾ ਸਾਡੇ ਪਾਣੀਆਂ ਦਾ ਜਿਹੜਾ ਭਾਖੜਾ ਡੈਮ ਬਣਿਆ ਪੰਜਾਬ ਵਾਸਤੇ ਸੀ। ਇਹ ਜਿਹੜਾ ਡੈਮ ਸੀ ਥੀਨ ਡੈਮ ਪੰਜਾਬ ਵਾਸਤੇ ਬਣਨਾ ਸੀ, ਬਿਆਸ ਵਾਲਾ ਡੈਮ ਸਾਡੇ ਪੰਜਾਬ ਵਾਸਤੇ ਬਣਿਆ ਸੀ, ਉਹਦੇ ਉੱਤੇ BBMB ਦੇ ਨਾਮ 'ਤੇ ਸਾਡੇ ਕੇਂਦਰ ਨੇ ਕਬਜ਼ਾ ਕਰ ਲਿਆ। ਪੰਜਾਬ ਯੂਨੀਵਰਸਿਟੀ ਜਿਹੜੀ ਕਿ ਪਹਿਲਾਂ ਵੀ ਪੰਜਾਬ 'ਚ ਸੀ, ਲਾਹੌਰ 'ਚ ਸੀਗੀ, ਉਰੇ ਆਈ, ਉਹ ਵੀ ਕੇਂਦਰ ਨੇ ਆਪਦੇ ਕੋਲ ਲੈ ਲਈ। ਅਤੇ ਸਾਡੇ ਬਹੁਤ ਸਾਰੇ ਇਲਾਕੇ ਜਿਹੜੇ ਪੰਜਾਬੀ ਬੋਲਦੇ ਸੀ, ਉਹਨੂੰ ਬਹਾਨੇ ਨਾਲ ਕਿਵੇਂ ਨਾ ਕਿਵੇਂ ਹਰਿਆਣੇ 'ਚ ਭੇਜਤਾ। ਹੁਣ ਤੁਸੀਂ ਹਿਮਾਚਲ 'ਚ ਭੇਜਤਾ, ਹਿਮਾਚਲ ਤਾਂ ਯੂਟੀ ਸੀ, ਉਹਨੂੰ ਪੂਰਾ ਸਟੇਟ ਦਾ ਦਰਜਾ ਦਿੱਤਾ। ਆਹ ਧਰਮਪੁਰ ਦਾ ਇਲਾਕਾ ਜਿਹੜਾ ਕਾਂਗੜੇ ਦਾ ਇਲਾਕਾ ਹੈ, ਧਰਮਸ਼ਾਲਾ ਦਾ ਇਲਾਕਾ, ਉਨ ਹੈ, ਇਹ ਸਾਰੇ ਪੰਜਾਬੀ ਬੋਲਦੇ ਨੇ, ਉਹ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਲਏ। ਇਸੇ ਤਰ੍ਹਾਂ ਇੱਧਰ ਜਾਈਏ ਜੇ ਆਪਾਂ, ਆਹ ਸਰਸਾ ਰਿੰਗ ਰੋਡ ਇਹਦੇ ਆਲੇ ਦੁਆਲੇ ਇੱਕ ਬਾਗੜੀ ਟਾਈਪ ਦੀ ਲੈਂਗੁਏਜ ਆ, ਉਹ ਪੰਜਾਬੀ ਦਾ ਵੀ ਇੱਕ ਉਪਭਾਸ਼ਾ ਹੈ। ਇੱਦਾਂ ਹੀ ਜੇ ਇੱਧਰ ਨੂੰ ਜਾਈਏ ਆਪਾਂ, ਆਹ ਕੈਥਲ ਹੈ ਜੀ, ਅਤੇ ਜਿਹੜਾ ਪਾਤਣਾ ਤੋਂ ਅੱਗੇ ਜਿੰਨੇ ਵੀ ਏਰੀਏ ਨੇ ਇਹਨਾਂ ਦੇ ਨਾਲ ਨਾਲ ਲੱਗਦੇ, ਨਰਵਾਣਾ ਵਗੈਰਾ, ਇੱਥੇ ਇੱਕ ਬਾਂਗਰੂ ਟਾਈਪ ਦੀ ਬੋਲੀ ਹੈ, ਉਹ ਸਾਡੇ ਇੱਥੇ ਆ ਘਨੌਰ ਵਾਲੇ ਵੀ ਬੋਲਦੇ ਨੇ। ਮਤਲਬ ਕੁੱਲ ਮਿਲਾ ਕੇ ਪੰਜਾਬ ਦੇ ਨਿੱਕੇ ਨਿੱਕੇ ਅੰਗ ਕੱਟ ਕੇ ਪਿੰਗਲਾ ਜਿਹਾ ਬਣਾ ਦਿੱਤਾ, ਇਹਨੂੰ ਪਿੰਗਲਾ ਬਣਾਤਾ। ਦੂਜੀ ਗੱਲ, ਇਹਦੇ ਪੂਰੇ ਹੱਕ ਨਹੀਂ ਦਿੱਤੇ, ਅਤੇ ਇਹਦੇ ਵਾਸਤੇ ਫਿਰ ਲਗਾਤਾਰ ਲੜਾਈ ਕਰਨੀ ਪਈ। ਪਾਣੀਆਂ ਵਾਸਤੇ ਆ ਸਵਾਈ ਵਾਲੀ ਨਹਿਰ ਦਾ ਜਿਹੜਾ ਝਗੜਾ ਹੈ, ਆਪਾਂ ਨੂੰ ਪਤਾ ਹੀ ਹੈ, ਇਹ ਐਡੀ ਵੱਡੀ ਸਾਨੂੰ ਲੜਾਈ ਕਰਨੀ ਪਈ, ਐਡਾ ਵੱਡਾ ਸਾਡੇ ਨਾਲ ਧੱਕਾ ਹੁੰਦਾ ਗਿਆ ਕਿ ਆਖਰਕਾਰ ਪੰਜਾਬ ਨੂੰ ਬਲਦੀ ਦੇ ਬੂਥੇ ਜਾਣਾ ਪਿਆ। ਔਰ ਉਹਦੇ ਵਿੱਚ ਵਿਚਾਲੇ ਕੀ ਹੋਇਆ, ਇੱਕ ਗੱਲ ਮੈਂ ਹੋਰ ਕਹਾਂਗਾ, ਪੰਜਾਬੀ ਚੁੱਪ ਨਹੀਂ ਕਰਦੇ, ਫਿਰ ਵੀ ਧੱਕਾ ਤਾਂ ਹੋ ਗਿਆ। ਪਰ ਜਦ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਅਤੇ 19 ਮਹੀਨੇ ਸਟਰਗਲ ਇਕੱਲੇ ਪੰਜਾਬੀ ਕਰਦੇ ਰਹੇ। ਅਕਾਲੀ ਦਲ 19 ਮਹੀਨੇ ਰੋਜ਼ 5 ਬੰਦੇ ਭੇਜਦਾ ਰਿਹਾ ਜੇਲ੍ਹ 'ਚ, ਜੇਲ੍ਹਾਂ ਭਰਤੀਆਂ। ਔਰ ਇੰਦਰਾ ਗਾਂਧੀ ਨੂੰ ਜੇਲ੍ਹਾਂ ਇੰਨੀਆਂ ਭਰਤੀਆਂ ਕਿ ਆਖਿਰਕਾਰ ਐਮਰਜੈਂਸੀ ਤੋਂ ਹੋਰ ਕੋਈ ਮੁਲਕ ਦੇ ਵਿੱਚ ਕਿਤੇ ਐਡੀ ਵੱਡੀ ਉਹ ਨਹੀਂ ਹੋਈ ਜੇਲ੍ਹਾਂ ਜਿੰਨੀਆਂ ਪੰਜਾਬ ਨੇ ਲਗਾਤਾਰ ਦਿੱਤੀਆਂ। ਤੇ ਹੁਣ ਵੀ ਲੱਗਦਾ ਕੋਈ ਇਹੋ ਜਿਹੀ ਜੰਗ ਜਿਹੜੀ ਹੈ ਉਹ ਜੇ ਕੇਂਦਰ ਤੇ ਦਬਾਅ ਪਾਉਣ ਦੇ ਲਈ, ਇਸੇ ਤਰ੍ਹਾਂ ਦੀ ਜੰਗ ਜਿਹੜੀ 19 ਮਹੀਨੇ ਚਲੋ ਸੰਘਰਸ਼ ਸਾਨੂੰ ਤਾਂ ਚੱਲਦੇ ਆ, ਕਈ ਮਹੀਨੇ ਸਾਡੇ ਵੀ ਹੋ ਗਏ ਹੁਣ ਇਸ ਵੇਲੇ ਕਿਸਾਨੀ ਸੰਘਰਸ਼ ਨੂੰ ਲੈ ਕੇ। ਹੁਣ ਇੱਥੇ ਇਸ ਸਭ ਦੇ ਵਿਚਾਲੇ ਜਿਹੜਾ ਮੈਂ ਸਵਾਲ ਸ਼ੁਰੂ ਵਿੱਚ ਜਿਹੜਾ ਮੈਂ ਚੁੱਕਿਆ ਸੀ ਕਿ ਕੇਂਦਰ ਦੇ ਜੇ ਇੰਨੀ ਪੰਜਾਬ ਦੀ ਖੁਦਮੁਖਤਿਆਰੀ ਨੂੰ ਲੈ ਕੇ ਇੰਨੇ ਨਿਸ਼ਾਨੇ ਤੇ ਪੰਜਾਬ ਆ, ਤੇ ਫਿਰ ਮੁੱਖ ਮੰਤਰੀਆਂ ਦੀ ਜ਼ਰੂਰਤ ਕੀ ਹੈ ਸੂਬਿਆਂ ਦੇ ਵਿੱਚ, ਸੂਬਿਆਂ ਦੀ ਲੋੜ ਕੀ ਹੈ, ਉੱਥੇ ਸਰਕਾਰਾਂ ਦੀ ਲੋੜ ਕੀ ਹੈ ਜੇ ਕੇਂਦਰ ਦੇ ਕਾਨੂੰਨ ਥੋਪੇ ਜਾਣੇ ਨੇ? ਦੇਖੋ, ਮੁੱਖ ਮੰਤਰੀਆਂ ਨੂੰ ਤਾਂ ਵੈਸੇ ਹੀ ਲੋੜ ਹੈ, ਇਹ ਨਹੀਂ ਹੈ ਵੀ ਇਹਨਾਂ ਦੀ ਲੋੜ ਨਹੀਂ। ਗੱਲ ਕਰੋ, ਕੇਂਦਰ ਗਲਤ ਕਰਦਾ। ਜੇ ਥੋਪੇ ਜਾਂਦਾ ਕੋਈ ਮਤਲਬ ਹੀ ਨਹੀਂ। ਸਾਡਾ ਸੰਵਿਧਾਨ ਜਿਹੜਾ ਬਣਿਆ ਉਹ ਇਸ ਵਾਸਤੇ ਨਹੀਂ ਬਣਿਆ ਵੀ ਕੇਂਦਰ ਜੋ ਮਰਜ਼ੀ ਕਰੇ, ਉਹਦੇ 'ਚ ਕੇਂਦਰਾਂ ਦਾ, ਤਾਕਤਾਂ ਦਾ ਇੱਕ ਸੰਤੁਲਨ ਬਣਾਇਆ ਗਿਆ। ਜੇ ਅਸੀਂ ਇੱਕ ਗੇਮ ਖੇਡਦੇ ਨੇ, ਗੇਮ 'ਚ ਦੋ ਪਾਰਟੀਆਂ ਨੇ ਅਸਲ 'ਚ, ਇਹ ਕੇਂਦਰ ਕੀ ਸਮਝਦਾ ਵੀ ਇਹ ਜਿਹੜੀ ਦੂਜੀ ਪਾਰਟੀ ਹੈ ਪਾਰਟੀ ਨਹੀਂ, ਇਹ ਸਾਡੀ ਸਬੋਰਡੀਨੇਟ ਹੈ, ਸਾਡੇ ਅਧੀਨ ਹੈ। ਅਧੀਨ ਨਹੀਂ, ਹਾਂ ਅਸੀਂ ਕੋਈ ਸੂਬਾ ਕਿਸੇ ਕੇਂਦਰ ਦੇ ਅਧੀਨ ਨਹੀਂ ਉਸ ਤਰੀਕੇ ਨਾਲ। ਕੁਛ ਸ਼ਕਤੀਆਂ ਕੇਂਦਰ ਦੀਆਂ ਨੇ, ਕੁਝ ਸੂਬਿਆਂ ਦੀਆਂ ਨੇ। ਇਹ ਜਿਹਨੂੰ ਆਪਾਂ ਕਹਿੰਦੇ ਰੂਲਸ ਆਫ ਗੇਮ, ਜੇ ਤੁਸੀਂ ਉਹਦੇ ਨਿਯਮ ਨੇ ਜਿਹੜੇ ਖੇਡਦੇ, ਉਹ ਨਿਯਮ ਤੋੜਨੇ ਸ਼ੁਰੂ ਕਰੇ ਕੇਂਦਰ ਨੇ। ਪਹਿਲਾਂ ਪੰਜਾਬ ਨੇ ਕਦੀ ਪਹਿਲ ਨਹੀਂ ਕਰੀ, ਵੈਸੇ ਤਾਂ ਕਿਸੇ ਵੀ ਸੂਬੇ ਨੇ ਨਹੀਂ ਕਰੀ, ਕਰਤਾ ਜੇ ਕਰਦਾ ਤਾਂ ਪੰਜਾਬ ਹੀ ਕਰ ਲੈਂਦਾ, ਅਤੇ ਕਿਸੇ ਨੇ ਕੋਈ ਪਹਿਲ ਨਹੀਂ ਕਰੀ। ਪਹਿਲਾਂ ਕੇਂਦਰ ਨੇ ਤੋੜਨੇ ਸ਼ੁਰੂ ਕਰੇ। ਪਹਿਲਾਂ ਹੌਲੀ ਹੌਲੀ ਤੋੜਦੇ ਸੀ, ਹੁਣ ਉਹਨਾਂ ਨੇ ਪੂਰੇ ਧੱਕੇ ਨਾਲ ਆਏ ਪੂਰਾ। ਹੁਣ ਤਾਂ ਇਹ ਆਖਰੀ ਕਿੱਲ ਸੀ, ਇਹ ਜਿਵੇਂ ਕਹਿੰਦੇ ਲਾਸਟ ਸਟ੍ਰਾ ਬ੍ਰੇਕਸ ਦੀ ਬੈਕ ਆਫ ਦੀ ਕੈਮਲ, ਸਮਝ ਗਏ ਨਾ। ਇਹ ਤਾਂ ਅੱਤ ਆ ਗਈ ਸੀ, ਅਤੇ ਅੱਤ ਆ ਗਈ ਜਦ, ਫਿਰ ਤਾਂ ਆਖਰੀ ਦਾਣਾ ਵੀ ਡੁਬੋ ਦਿੰਦਾ ਬੇੜੀ ਨੂੰ। ਹੁਣ ਇਹ ਅੱਤ ਆਈ ਹੋਈ ਸੀ ਕਿ ਪੰਜਾਬ ਦਾ ਕੋਈ ਛੱਡਿਆ ਹੀ ਨਹੀਂ ਕੱਖ ਵੀ। ਨਾਮ ਦੀ ਸਰਕਾਰ ਸੀ ਉਰੇ, ਸਾਰਾ ਟੈਕਸ ਉਹਨਾਂ ਕੋਲੇ। ਕਰੋਨਾ ਚਾਹ ਲਾ ਕੇ
ਕਰੋਨਾ 'ਚ ਆ ਤੁਹਾਡੇ ਪਟਿਆਲੇ ਦੇ ਵਿੱਚ ਵੀ ਅਦਾਲਤ ਬਾਜ਼ਾਰ 'ਚ ਕਰਫਿਊ ਲੱਗਣਾ, ਇਹ ਕਰਫਿਊ ਹੋਣਾ ਹੈ, ਕਿਹੜੀ ਦੁਕਾਨ ਖੁੱਲ੍ਹਣੀ ਹੈ ਕਿਹੜੀ ਨਹੀਂ ਖੁੱਲ੍ਹਣੀ, ਇਹ ਕੇਂਦਰ ਡਿਸਾਈਡ ਕਰਦਾ ਸੀ, ਦਿੱਲੀ ਡਿਸਾਈਡ ਕਰਦਾ ਸੀ। ਕਿਹੜੇ ਘਰ ਦੇ ਨੂੰ ਕੁਆਰੰਟਾਈਨ ਕਰਨਾ ਇਹ ਦਿੱਲੀ ਡਿਸਾਈਡ ਕਰਦਾ ਸੀ। ਇਹ ਕਿੱਥੋਂ ਦੀ ਸਿਆਣਪ ਆ ਗਈ? ਇਹ ਵਿਹਾਰਕ ਤੌਰ 'ਤੇ ਵੀ ਠੀਕ ਨਹੀਂ, ਸੰਵਿਧਾਨਕ ਤੌਰ 'ਤੇ ਠੀਕ ਨਹੀਂ, ਅਤੇ ਟੈਕਨੀਕਲੀ ਵੀ ਠੀਕ ਨਹੀਂ, ਕਿਉਂਕਿ ਜੇ ਬਿਮਾਰੀ ਦਾ ਕੰਟਰੋਲ ਕਰਨਾ ਉੱਥੇ ਲੋਕਾਂ ਨੂੰ ਲੋਕਲ ਪਤਾ ਹੈ ਕਿ ਉੱਥੇ ਦਿੱਲੀ ਬੈਠੇ ਨੂੰ ਪਤਾ ਹੈ, ਇਸ ਕਰਕੇ ਬਿਮਾਰੀ ਕੰਟਰੋਲ ਨਹੀਂ ਹੋਈ। ਸੋ ਇਹ ਆਖਰੀ ਸਟਰਾ ਸੀ ਕਿ ਇਹਨਾਂ ਨੇ 3 ਬਿੱਲ ਲਿਆ ਕੇ ਖੇਤੀ ਜਿਹੜੀ ਬਚੀ ਹੋਈ ਸੀ, ਜਿਹੜੀ ਪੰਜਾਬ 'ਚ 35% 36% ਲੋਕਾਂ ਨੂੰ ਸਿੱਧਾ ਰੁਜ਼ਗਾਰ ਦਿੰਦੀ ਹੈ। ਜੇ ਅਸੀਂ ਬਾਕੀ ਲਾ ਲਈਏ ਢਾਬਿਆਂ ਵਾਲੇ ਹੋਰ ਜਿਹੜੇ ਇਹਦੇ 'ਤੇ ਖੇਤੀ ਦੇ ਕਰਕੇ ਆਲੇ ਦੁਆਲੇ ਮੰਡੀਆਂ ਖੁੱਲ੍ਹਦੀਆਂ ਨੇ ਹੋਰ ਉਹਨਾਂ ਨੂੰ ਲਾ ਲਈ ਤਾਂ 55% ਪਰਿਵਾਰ ਪੰਜਾਬ ਦੇ ਖੇਤੀ 'ਤੇ ਪਲ ਰਹੇ ਨੇ, ਇਕੱਲੇ ਪੰਜਾਬ ਦੇ ਪਲ ਰਹੇ ਨੇ। ਬਾਕੀ ਉਹ ਜਿਹੜਾ ਕੇਂਦਰ ਨੂੰ ਅਨਾਜ ਦਿੰਦਾ, ਜਿਹੜਾ ਦੇਸ਼ ਨੂੰ ਬਚਾਏ, ਉਹ ਹੋਰ ਗੱਲਾਂ ਨੇ, ਉਦੋਂ ਅਗਲੀ ਗੱਲ ਹੈ। ਸੋ ਇਹ ਇਹਨਾਂ ਦੀ ਉਹ ਹਾਲਤ ਹੋ ਗਈ ਜਿਵੇਂ ਕਿਸੇ ਬੰਦੇ ਨੇ ਕੋਈ ਕਮਜ਼ੋਰ ਬੰਦੇ ਨੂੰ ਤਕੜਾ ਕਰਤਾ ਹੋਵੇ, ਜਦੋਂ ਉਸ 'ਚ ਹੋਵੇ ਤਕਲੀਫ 'ਚ ਉਹਨੂੰ ਉਦੋਂ ਬਚਾ ਲਿਆ ਹੋਵੇ, ਮੁੜ ਕੇ ਉਹ ਤਕੜਾ ਹੋ ਜੇ ਅਤੇ ਮੁੜ ਕੇ ਉਹ ਕਹਿੰਦਾ ਯਾਰ ਇਹਨੂੰ ਮੇਰਾ ਘਾਟਾਂ ਦਾ ਪਤਾ ਹੈ, ਮੈਨੂੰ ਇਹਨੂੰ ਮੇਰੀਆਂ ਕਮਜ਼ੋਰੀਆਂ ਦਾ ਪਤਾ, ਇਹਨੂੰ ਦਬਾ ਕੇ ਰੱਖੋ। ਇਹ ਕੇਂਦਰ ਪੰਜਾਬ ਨੂੰ ਐਂ ਦਬਾ ਕੇ ਰੱਖਦਾ ਹੈ। ਤੇ ਹੁਣ ਜਿਹੜੇ ਖੇਤੀ ਬਿੱਲ ਕੈਪਟਨ ਸਾਹਿਬ ਨੇ ਲਿਆਂਦੇ ਨੇ ਉਹਨਾਂ ਦੀ ਮਹੱਤਤਾ ਕੀ ਹੈ? ਲੱਗਦਾ ਹੈ ਕਿ ਉਹਦੇ ਨਾਲ ਕੋਈ ਕਿਸਾਨਾਂ ਨੂੰ ਕੋਈ ਸੁੱਖ ਦਾ ਸਾਹ ਆ ਜਾਣਾ? ਇਹ ਦੋਨੇ ਗੱਲਾਂ ਨੇ। ਸਭ ਤੋਂ ਵੱਡੀ ਗੱਲ ਹੈ ਵੀ ਪਹਿਲੀ ਗੱਲ ਮੈਂ ਕਿਸਾਨੀ ਅੰਦੋਲਨ ਨੂੰ ਵਧਾਈ ਦੇਵਾਂਗਾ। ਇਹ ਕੈਪਟਨ ਸਾਹਿਬ ਨੇ ਆਪਣੀ ਮਰਜ਼ੀ ਨਾਲ ਨਹੀਂ ਲਿਆਂਦੇ ਬਿੱਲ, ਇਹ ਕਿਸਾਨੀ ਅੰਦੋਲਨ ਦਾ ਪ੍ਰੈਸ਼ਰ ਸੀ। ਕਿਸਾਨੀ ਅੰਦੋਲਨ ਬੜਾ ਸ਼ਾਨਾ ਮੱਤਾ ਅੰਦੋਲਨ ਹੈ, ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ। ਮੈਂ ਆਪਦੀ ਸੁਰਤ 'ਚ ਖੁਸ਼ ਹਾਂ। ਸੀ ਟੈਕਸ ਤੋਂ ਬਾਅਦ ਪਹਿਲੀ ਵਾਰੀ ਦੇਖਿਆ ਐਡਾ ਵਧੀਆ ਅੰਦੋਲਨ ਜਿਹਦੇ 'ਚ ਸਾਰੇ ਪੰਜਾਬੀਆਂ ਦੀ ਸ਼ਮੂਲੀਅਤ ਹੈ ਅਤੇ ਹੈਗਾ। ਉਹ ਵੀ ਕਿਸਾਨੀ ਦਾ ਅੰਦੋਲਨ ਸੀ। ਖੁਸ਼ ਹੈ ਸੀ ਟੈਕਸ ਵੀ, ਕਿਸਾਨਾਂ 'ਤੇ ਟੈਕਸ ਲਾਇਆ ਸੀ ਕੈਰੋਂ ਨੇ। ਇਹ ਵੀ ਇੱਕ ਕਿਸਮ ਦਾ ਦੇਖਣ ਨੂੰ ਕਿਸਾਨੀ ਲੱਗਦਾ ਹੈ, ਪਰ ਇਹ ਕਿਸਾਨੀ ਦਾ ਨਹੀਂ, ਕਿਉਂਕਿ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਉਹ ਤਾਂ ਹਰੇਕ ਦੇ ਉੱਤੇ ਲਾਗੂ, ਤੁਹਾਡੇ 'ਚ ਵੀ ਹੁੰਦਾ, ਮੇਰੇ 'ਤੇ ਵੀ ਲਾਗੂ ਹੁੰਦਾ। ਜਦ 25 ਰੁਪਏ ਦਾ ਆਟਾ 75 ਰੁਪਏ ਮਿਲਣ ਲੱਗ ਗਿਆ ਹੈ। ਆਹੋ ਪਾਣੀ ਦੀ ਬੋਤਲ ਵਿਕਦੀ ਨਹੀਂ ਇਹਨਾਂ ਦੀ, 63 ਰੁਪਏ ਬੋਤਲ ਮੈਨੂੰ ਲਾਈ ਆ ਪਟਿਆਲੇ ਸ਼ਹਿਰ 'ਚ, ਸਰਕਾਰ ਦੇ ਰੇਟ ਦੇ ਹਿਸਾਬ ਨਾਲ ਲਿਖਿਆ ਉੱਤੇ 20 ਰੁਪਏ ਹੈ। ਪਾਣੀ 63 ਰੁਪਏ ਦਾ ਅਤੇ ਦੁੱਧ 45 ਰੁਪਏ ਦਾ। ਵੇਰਕਾ ਦਾ ਦੁੱਧ 45 ਰੁਪਏ ਦਾ ਉਹੀ ਲੀਟਰ, ਅਤੇ ਲੀਟਰ ਬੋਤਲ ਪਾਣੀ ਦੀ 63 ਰੁਪਏ ਦੀ। ਇਦੋਂ ਵੱਡਾ ਜ਼ੁਲਮ ਕੋਈ ਹੋ ਸਕਦਾ? ਸੋ ਇਹ ਪੰਜਾਬ ਨਾਲ ਜ਼ੁਲਮ ਹੈ। ਜਿਹੜਾ ਤੁਸੀਂ ਕੈਰੋਂ ਦੇ ਵੇਲੇ ਦੀ ਗੱਲ ਕਰਦੇ ਹੋ, ਉਹ ਟੈਕਸ ਜਿਹੜਾ ਲਾਇਆ ਗਿਆ, ਥੋਪਿਆ ਗਿਆ, ਉਹ ਮੋਰਚੇ ਦੀ ਸਫਲਤਾ ਫਿਰ ਕਿੱਦਾਂ ਹੋਈ ਸੀ? ਉਹ ਤਾਂ ਬੜਾ ਸਫਲ ਹੋਇਆ। ਉਹ ਕੈਰੋਂ ਨੇ ਲਾਤਾ ਟੈਕਸ ਵੀ ਭਾਖੜਾ ਡੈਮ ਬਣ ਰਿਹਾ, ਪੈਸੇ ਚਾਹੀਦੇ ਨੇ। ਜਿਹੜਾ ਭਾਖੜਾ ਡੈਮ ਹੁਣ ਇਹਨਾਂ ਨੇ ਸਾਂਝਾ ਬਣਾ ਲਿਆ, ਆਪਦੇ ਆਪ ਨੂੰ ਕਹਿਤਾ ਕਿ ਵੀ ਕਿਸਾਨ ਖੁਸ਼ਹਾਲ ਹੋ ਗਿਆ, ਅਤੇ ਇਸ ਕਰਕੇ ਉਹਨੂੰ ਬੈਟਰਮੈਂਟ ਲਈ ਵੀ ਉਹਦਾ ਨਾਂ ਸੀ ਅੰਗਰੇਜ਼ੀ 'ਚ, ਪੰਜਾਬੀ 'ਚ ਖੁਸ਼ ਐਸਟੇਟ ਟੈਕਸ ਕਹਿੰਦੇ ਸੀ। ਉਹ ਟੈਕਸ ਲਾਤਾ। ਉਹ ਕਿਸਾਨ ਕੋਲ ਤਾਂ ਉਦੋਂ ਆਮਦਨ ਠੀਕ ਹੈ, ਉਹਦਾ ਗੁਜ਼ਾਰਾ ਵਧੀਆ ਚੱਲਦਾ ਸੀ, ਪਰ ਇੱਦਾਂ ਦੀ ਆਮਦਨ ਤਾਂ ਹੈ ਨਹੀਂ ਸੀ ਉਹ ਟੈਕਸ ਦੇ। ਉਹਦੇ ਅਗੇਂਸਟ ਖੁਸ਼ ਐਸਟੇਟ ਟੈਕਸ ਦੇ ਅਗੇਂਸਟ ਜਿਹੜਾ ਮੋਰਚਾ ਸ਼ੁਰੂ ਹੋ ਗਿਆ। ਔਰ ਮੈਨੂੰ ਉਹ ਮੋਰਚੇ ਦਾ ਯਾਦ ਹੈ, ਮੈਂ ਉਦੋਂ ਉਹ 10ਵੀਂ 'ਚ ਪੜ੍ਹਦਾ ਸੀ, ਅਤੇ ਉਹ 9ਵੀਂ 10ਵੀਂ 'ਚ ਉਦੋਂ ਇਹ ਮੋਰਚੇ 'ਚ ਕਹਿੰਦੇ ਹੁੰਦੇ ਪੀਪਾ 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 ਕੈਰੋਂ ਹੋ ਤਕੜਾ ਹੁਣ ਰਾਜਗੁਰੂ ਸੁਰਜੀਤਾ। ਇੱਥੇ ਤੱਕ ਕੈਰੋਂ ਨੂੰ ਚੈਲੰਜ ਹੋ ਗਿਆ ਸੀ। ਉਦੋਂ ਬਾਅਦ ਕੈਰੋਂ ਟਿਕ ਨਹੀਂ ਸਕਿਆ, ਅਲਟੀਮੇਟਲੀ ਉਹਦਾ ਮਰਡਰ ਹੋ ਗਿਆ, ਉਹ ਗੱਲ ਵੱਖਰੀ ਹੈ, ਪਰ ਕੈਰੋਂ ਇਹਦੇ ਮੁੱਖ ਮੰਤਰੀ ਫਿਰ ਟਿਕ ਨਹੀਂ ਸਕਿਆ ਉਸ ਅੰਦੋਲਨ 'ਚ। ਉਹ ਅੰਦੋਲਨ ਦੀ ਜਿੱਤ ਹੋਈ। ਸਾਡੇ ਪਿੰਡ 'ਚੋਂ ਅਰੈਸਟ ਕਰ ਲਿਆ ਲੋਕਾਂ ਨੂੰ। ਅਜੇ ਤਾਂ ਇੱਥੇ ਸ਼ੁਰੂ ਨਹੀਂ ਹੋਇਆ ਇਹ ਕੰਮ। ਅਰੈਸਟ ਕਰ ਲਿਆ, ਤਹਿਸੀਲਦਾਰ ਅਤੇ ਥਾਣੇਦਾਰ ਆ ਗਏ, ਪੁਲਿਸ ਆ ਗਈ ਵੀ ਉਹਨਾਂ ਦੀ ਜਾਇਦਾਦ ਕੁਰਕ ਕਰਨੀ ਹੈ, ਉਹਨਾਂ ਦੇ ਡੰਗਰ ਵੱਛਾ ਬੰਨ੍ਹ ਕੇ ਲਿਜਾਣ ਲੱਗੇ, ਜ਼ਮੀਨਾਂ ਕੁਰਕ ਕਰਨ ਲੱਗੇ, ਘਰ ਕੁਰਕ ਕਰਨ ਲੱਗੇ, ਔਰਤਾਂ ਨੂੰ ਬਾਹਰ ਖਿੱਚਣ ਲੱਗੇ। ਅਸੀਂ ਪਿੰਡ 'ਚ ਕਰ ਲਿਆ ਇਕੱਠ, ਅਸੀਂ ਉਹਨਾਂ ਨੂੰ ਭਜਾਤਾ। ਅਸੀਂ ਆਖਿਆ ਵੀ ਇਹ ਐਂ ਕਿਵੇਂ ਕਰੋਗੇ ਤੁਸੀਂ? ਠੀਕ ਹੈ, ਉਹ ਐਜੀਟੇਸ਼ਨ ਕਰ ਰਹੇ ਨੇ, ਨਹੀਂ ਕੁਰਕੀ ਹੋਣ ਦਿੱਤੀ। ਇਹ ਅੰਦੋਲਨ ਆਏ ਨਹੀਂ ਵੀ ਪੰਜਾਬੀ ਪਹਿਲੀ ਵਾਰੀ ਦੇਖਦੇ ਨੇ, ਪੰਜਾਬੀ ਸਿਰ ਦੇ ਨਾਲ ਜਾਣਦੇ ਨੇ, ਅਤੇ ਹੁਣ ਵੀ ਦੇ ਰਹੇ ਨੇ। ਹੈਗਾ ਉਹ ਵੀ ਕਿਸਾਨੀ ਦੇ ਉੱਤੇ ਟੈਕਸ ਸੀਗਾ, ਉਹ ਜਿੱਤਿਆ। ਕੈਰੋਂ ਜਿਹੜਾ ਸਭ ਤੋਂ ਤਕੜਾ ਸੀ, ਜਿਹਨੇ ਮੁਲਾਜ਼ਮਾਂ ਨੂੰ ਦਵਾਲਿਆ ਸੀ, ਹਰੇਕ ਨੂੰ ਦਵਾਲਿਆ ਸੀ, ਉਹ ਕੈਰੋਂ ਦੀ ਪਿੱਠ ਲਵਾ ਕੇ ਛੱਡੀ। ਅੱਜ ਮੋਦੀ ਸਾਹਿਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਅੰਦੋਲਨ ਇੰਨਾ ਸੌਖਾ ਨਹੀਂ ਹੈ ਇਹਨੂੰ ਕੰਟਰੋਲ ਕਰਨਾ। ਠੀਕ ਹੈ, ਸਰਕਾਰ ਗੋਲੀਆਂ ਵੀ ਚਲਾ ਸਕਦੀ ਹੈ, ਸਰਕਾਰ ਕੋਈ ਵੀ ਵਾਇਲੈਂਸ ਕਰ ਸਕਦੀ ਹੈ, ਸਰਕਾਰ ਆਪਣੀ ਪੋਲੀਟੀਕਲ ਪਾਰਟੀ ਨਾਲ ਹੀ ਵਾਇਲੈਂਸ ਕਰਾਈ ਰਹੀ ਹੈ। ਥਾਂ ਥਾਂ ਦੇ ਉੱਤੇ ਅੰਦੋਲਨ ਤਾਂ ਸ਼ਾਂਤਮਈ ਹੈ, ਉਹ ਆਪ ਵਾਇਲੈਂਸ ਕਰਾ ਰਹੀ ਹੈ, ਅਤੇ ਵੀ ਤੈਨੂੰ ਕਹਿ ਕੇ ਵੀ ਇਹ ਵਾਇਲੈਂਸ ਹੈ। ਉਹਦੇ ਪ੍ਰੈਸ਼ਰ ਥੱਲੇ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਉਹ ਵਧੀਆ ਗੱਲ ਹੋਈ, ਮੈਂ ਕਹਾਂਗਾ ਚਾਹੇ ਜੋ ਮਰਜ਼ੀ ਹੈ। ਫਿਰ ਉਹਨਾਂ ਨੇ ਐਨਡੀਏ ਨਾਲ ਨਾਤਾ ਤੋੜਾ, ਉਹ ਵੀ ਵਧੀਆ ਗੱਲ ਹੋਈ। ਫਿਰ ਉਹਨਾਂ ਨੇ ਆਖਿਆ ਵੀ ਅਸੀਂ ਜਿਹੜੇ ਖੇਤਰੀ ਪਾਰਟੀਆਂ ਨੇ ਉਹਨਾਂ ਦੀ ਕਾਨਫਰੰਸ ਬੁਲਾਵਾਂਗੇ, ਪ੍ਰੇਮ ਚੰਦਰ ਮਾਜਰੀਆ ਜੀ ਨੇ ਆਖਿਆ। ਫਿਰ ਪ੍ਰੋਫੈਸਰ ਪ੍ਰੇਮ ਚੰਦਰ ਮਾਜਰੀਆ, ਭੁੰਦੜ ਸਾਹਿਬ ਅਤੇ ਹੋਰ ਇਹਨਾਂ ਦੇ ਪਾ ਕੇ ਉਹਨਾਂ ਨੇ ਇੱਕ ਕਮੇਟੀ ਵੀ ਬਣਾਈ ਹੈ। ਉਸ ਤੋਂ ਅੱਗੇ ਨਹੀਂ ਵਧੇ, ਅੱਗੇ ਅਜੇ ਮੈਨੂੰ ਨਹੀਂ ਪਤਾ ਕੀ ਕਰਨਗੇ ਕੀ ਨਹੀਂ ਕਰਨਗੇ, ਪਰ ਇਹ ਚੰਗਾ ਹੋਏਗਾ ਜੇ ਖੇਤਰੀ ਪਾਰਟੀਆਂ ਇਕੱਠੀਆਂ ਹੋਣ ਭਾਰਤ ਸਰਕਾਰ ਨੂੰ। ਬਿਨਾਂ ਇਹ ਪੁੱਗਣਾ ਨਹੀਂ ਹੈ, ਇੱਦਾਂ ਨਹੀਂ ਹੈ ਵੀ ਤੁਸੀਂ ਸਾਡੇ ਸਾਰੇ ਹੱਕ ਖੋਈ ਜਾਓ। ਪੰਜਾਬ ਸਰਕਾਰ ਨੇ ਪਹਿਲ ਕਰੀ ਹੈ, ਚਾਹੇ ਪ੍ਰੈਸ਼ਰ ਸਾਡੇ ਕਰੀ ਹੈ। ਕੈਪਟਨ ਅਮਰਿੰਦਰ ਸਿੰਘ ਕਿਹੜਾ ਮੰਨਦੇ ਸੀ? ਕੇਂਦਰ ਤਾਂ ਕਹੀ ਜਾਂਦਾ ਇਹਨਾਂ ਦੇ ਨਾਲ ਰਲੇ ਨੇ, ਕਿੱਥੇ ਰਲੇ ਨੇ? ਇਹਨਾਂ ਨੂੰ ਬੁਲਾ ਕੇ ਕਹਿਤਾ ਵੀ ਜਿਹੜੇ ਸਮਝ ਲਓ ਵੀ ਇਹ ਤਾਂ ਆ ਗਏ ਬਿੱਲ, ਅਤੇ ਮੁੜ ਕੇ ਕਹਿੰਦਾ ਮੈਂ ਐਂ ਹੀ ਥੋੜ੍ਹੋ ਬਿੱਲ ਆ ਜਾਂਦੇ ਨੇ, ਮੈਂ ਤਾਂ ਕਰੋਨਾ ਤੋਂ ਬਾਅਦ ਲਿਆਊਂਗਾ। ਫਿਰ ਜਦ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਵੀ ਕੋਈ ਗੱਲ ਨਹੀਂ,
ਪਹਿਲਾਂ ਅਸੀਂ ਬੀਜੇਪੀ ਦਾ ਘਰਾਓ ਕਰਦੇ ਸੀ, ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਕਰਦੇ ਸੀ, ਤੇ ਪੈਟਰੋਲ ਪਲਾਜ਼ਾਂ ਦਾ ਹੁਣ ਤੁਹਾਡਾ ਵੀ ਕਰਾਂਗੇ। ਤਾਂ ਜਾ ਕੇ ਇਹ ਆਇਆ। ਇਹ ਐਂ ਨਹੀਂ ਹੈ ਵੀ ਸਿੰਪਲੀ ਵੀ ਕੈਪਟਨ ਸਾਹਿਬ ਲੈ ਆਏ ਜਾਂ ਕਾਂਗਰਸ ਲੈ ਆਈ। ਇਹ ਬਿੱਲ ਲਿਆਉਣ ਤੋਂ ਬਾਅਦ ਵੀ ਰੌਲਾ ਰੱਪਾ ਪੈ ਗਿਆ। ਤੁਸੀਂ ਦੇਖਿਆ ਵਿਧਾਨ ਸਭਾ ਤੋਂ ਬਾਹਰ ਆ ਕੇ ਹੁਣ ਆਮ ਆਦਮੀ ਪਾਰਟੀ ਲਗਾਤਾਰ ਮੈਦਾਨ ਵਿੱਚ ਆ, ਅਕਾਲੀ ਦਲ ਵੀ ਮੈਦਾਨ 'ਚ ਹੈ ਕਿ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ ਅੰਦਰ ਕੀ ਹੋ ਗਿਆ। ਦੇਖੋ ਉਹਦੇ ਵਿੱਚ ਮੈਂ ਇੱਕ ਗੱਲ ਕਹਾਂਗਾ, ਉਹਦੇ 'ਚ ਕਾਂਗਰਸ ਨੇ ਇੱਕ ਪਿਰਤ ਮਾੜੀ ਪਾਈ ਹੈ। ਉਹ ਜਦ ਬਿੱਲ ਪਹਿਲਾਂ ਦਿੱਤਾ ਨਹੀਂ ਗਿਆ ਸੀ, ਉਹ ਬਿੱਲ ਉੱਥੇ ਜਦ ਵੰਡਿਆ ਗਿਆ, ਉਦੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਨੇ ਟਾਈਮ ਮੰਗਿਆ ਕਿ ਜੀ ਸਾਨੂੰ ਅੱਧਾ ਘੰਟਾ ਦੇ ਦਿਓ ਸਪੀਕਰ ਸਾਹਿਬ, ਅਸੀਂ ਇਹਨੂੰ ਪੜ੍ਹ ਲਈਏ, ਪਰ ਉਹ ਟਾਈਮ ਦਿੱਤਾ ਨਹੀਂ ਗਿਆ। ਇਹ ਤਾਂ ਉਹੀ ਗੱਲ ਹੋ ਗਈ ਜੋ ਲੋਕ ਸਭਾ ਤੇ ਰਾਜ ਸਭਾ 'ਚ ਲੋਕ ਸਭਾ 'ਤੇ ਹਾਲਾਂਕਿ ਕੈਪਟਨ ਸਾਹਿਬ ਨੇ ਕਿਹਾ ਵੀ ਰਾਜ ਸਭਾ 'ਚ ਬੜਾ ਧੱਕਾ ਹੋਇਆ ਹੈ, ਤੇ ਆਪ ਉੱਥੇ ਬਿੱਲ ਪੇਸ਼ ਕਰਨ ਤੋਂ ਬਾਅਦ ਆਪ ਕਿਹਾ ਨਹੀਂ, ਜਦ ਕਿ ਕੈਪਟਨ ਸਾਹਿਬ ਦੀ ਮੋਰਲ ਜਿੱਤੇ ਇਸ ਗੱਲ 'ਤੇ ਹੋਣੀ ਸੀ। ਉਹ ਕਹਿੰਦੇ ਵੀ ਕੋਈ ਨਹੀਂ ਸਪੀਕਰ ਸਾਹਿਬ, ਇਹਨਾਂ ਨੂੰ ਨਾ ਸਦਨ ਨੂੰ ਬੇਸ਼ੱਕ ਅਡਜਰਨ ਨਾ ਕਰੋ, ਅੱਧਾ ਘੰਟਾ ਚਰਚਾ ਬੰਦ ਕਰ ਲਓ ਤੇ ਤੁਸੀਂ ਆਪਣਾ ਇਹ ਪੜ੍ਹ ਲੈਣ। ਇੰਨਾ ਤਾਂ ਦੇ ਦੇਣਾ ਚਾਹੀਦਾ ਸੀ ਨਾ ਵੀ ਅੱਧੇ ਘੰਟੇ ਬਾਅਦ ਆਪਾਂ ਚਰਚਾ ਸ਼ੁਰੂ ਕਰ ਲਾਂਗੇ। ਉਨੇ ਚਿਰ ਵਾਸਤੇ ਸਦਨ ਹੈ ਜਿਹੜਾ, ਉਹਦੀ ਕਾਰਵਾਈ ਹੈ ਜਿਹੜੀ, ਬੋਲੇਗਾ ਨਹੀਂ ਕੋਈ। ਇਹ ਕਾਰਵਾਈ ਦਾ ਹੀ ਪਾਰਟ ਹੈ ਕਿ ਇਹ ਬਿੱਲ ਪੜ੍ਹ ਰਹੇ ਨੇ, ਪੜ੍ਹ ਲੈਣ ਦਿਓ। ਸੋ ਉਹ ਨਹੀਂ ਕਰਿਆ। ਵੈਸੇ ਤਾਂ ਅਡਜਰਨ ਕਰਕੇ ਬਾਹਰ ਵੀ ਜਾ ਸਕਣ, ਪਰ ਮੈਂ ਕਹਿੰਦਾ ਅੰਦਰ ਬਿਠਾ ਕੇ ਵੀ ਪੜ੍ਹਾ ਤਾਂ ਲਓ ਨਾ, ਬਿੱਲ ਤਾਂ ਪੜ੍ਹ ਲਿਆ ਅਗਲਾ। ਉੱਥੇ ਸਪੀਕਰ ਸਾਹਿਬ ਨੇ ਕਿਹਾ ਵੀ ਕੋਈ ਨਹੀਂ, ਤੁਸੀਂ ਨਾਲੇ ਬਿੱਲ ਪੜ੍ਹੀ ਜਾਓ ਤੇ ਨਾਲੇ ਤੁਸੀਂ ਦੂਜੇ ਜਿਹੜੇ ਟਰੀਰੀ ਬੈਂਚ ਨੇ ਕਾਂਗਰਸੀ, ਜਾਣੀ ਕਿ ਉਹ ਬੋਲਦੇ ਜਾਣਗੇ ਆਪਦਾ। ਹੁਣ ਜੇ ਉੱਥੇ ਫਰਜ਼ ਕੋ ਨਵਜੋਤ ਸਿੱਧੂ ਨੇ ਬੋਲਣਾ ਤੇ ਮੈਂ ਦੂਜੀ ਪਾਰਟੀ ਦਾ, ਮੈਂ ਅਕਾਲੀ ਦਲ ਦਾ, ਉਹ ਨਵਜੋਤ ਸਿੱਧੂ ਕੀ ਬੋਲਦੇ ਨੇ ਮੈਂ ਉਹ ਸੁਣਨਾ ਹੈ ਨਾ, ਮੈਂ ਫਿਰ ਬਾਅਦ 'ਚ ਜਵਾਬ ਦੇਣਾ ਨਾ। ਤੇ ਜੇ ਮੈਂ ਕਾਂਗਰਸ ਦੇ ਜਿਹੜੇ ਨੁਮਾਇੰਦੇ ਬੋਲਦੇ ਨੇ ਉਹਨਾਂ ਨੂੰ ਸੁਣਿਆ ਹੀ ਨਹੀਂ, ਤੇ ਮੈਂ ਜਵਾਬ ਕੀ ਦੇਵਾਂਗਾ ਵੀ ਇਹਨਾਂ ਨੇ ਆਹ ਗੱਲ ਕਹੀ ਹੈ, ਇਹ ਗੱਲ ਠੀਕ ਹੈ ਜਾਂ ਗਲਤ ਹੈ? ਜਾਂ ਤਾਂ ਮੈਂ ਉਹਦੀ ਸਮਰਥਨ ਕਰਾਂਗਾ ਜਾਂ ਉਹਦੀ ਵਿਰੋਧਤਾ ਕਰਾਂਗਾ। ਸੋ ਇਹ ਗੱਲ ਠੀਕ ਨਹੀਂ ਹੋਈ। ਪਰ ਇਹ ਇੱਕ ਉਕਾਈ, ਇਹ ਮਾੜੀ ਹੈ, ਇਹ ਨਹੀਂ ਹੋਣੀ ਚਾਹੀਦੀ ਸੀ। ਔਰ ਇਹ ਡੈਮੋਕ੍ਰੇਸੀ ਦੇ ਉੱਤੇ ਵੀ ਇੱਕ ਕਿਸਮ ਦਾ ਮੈਂ ਕਹਾਂਗਾ ਧੱਬਾ ਹੈ। ਪਰ ਅਖੀਰ 'ਚ ਡਾਕਟਰ ਸਾਹਿਬ ਇਹ ਦੱਸੋ ਕਿ ਸੰਘਰਸ਼, ਕੇਂਦਰ ਤੇ ਕਿਸਾਨ ਤੇ ਪੰਜਾਬ ਦੀ ਸਿਆਸਤ ਜਿਹੜੀ ਹੈ, ਇਹਨੂੰ ਕਿੱਦਾਂ ਦੇਖਦੇ ਹੋ ਕਿ ਕਿੱਥੇ ਤੱਕ ਜਾ ਕੇ ਨਿਬੇੜਾ ਹੋਣਾ ਇਹਦਾ? ਕੇਂਦਰ ਨਾਲ ਇਦਾਂ ਹੀ ਟੱਕਰ ਰਹਿਣੀ ਹੈ? ਦੇਖੋ ਮੈਨੂੰ ਇਹ ਲੱਗਦਾ ਵੀ ਇਹ ਲੜਾਈ ਸ਼ੁਰੂ ਹੋ ਗਈ, ਬੇਸ਼ੱਕ ਟੈਂਪਰੇਰੀ ਤੌਰ ਤੇ ਬੰਦ ਵੀ ਹੋ ਜੇ। ਹੁਣ ਪੰਜਾਬ ਜਾਗ ਪਿਆ ਵੀ ਅਸੀਂ ਆਪਦੇ ਹੱਕ ਨਹੀਂ ਛੱਡਣੇ, ਕਿਉਂਕਿ ਪੰਜਾਬ ਦਾ ਪਾਣੀ, ਹਵਾ ਸਭ ਕੁਝ ਤਬਾਹ ਹੋ ਚੁੱਕਿਆ ਹੈ। ਪੰਜਾਬ ਦੀ ਜਵਾਨੀ ਤਬਾਹ ਹੋ ਚੁੱਕੀ ਹੈ। ਹੁਣ ਮੈਨੂੰ ਐਂ ਲੱਗਦਾ, ਮੈਨੂੰ ਤਾਂ ਇਹ ਵੀ ਲੱਗਦਾ ਵੀ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ, ਜਿਹੜਾ ਸੰਘਰਸ਼ ਚੱਲ ਰਿਹਾ ਕਦੇ ਕਿਸਾਨਾਂ ਦੇ, ਮੈਂ ਕਹਾਂ ਇਹ ਸੰਘਰਸ਼ 'ਚ ਕੋਈ ਨਵੀਂ ਲੀਡਰਸ਼ਿਪ ਉੱਭਰੇਗੀ। ਉਹ ਲੀਡਰਸ਼ਿਪ ਕਹੇਗੀ, ਔਰ ਹੋ ਸਕਦਾ ਪੂਰੇ ਮੁਲਕ ਦੇ ਉੱਤੇ ਨਵੀਂ ਲੀਡਰਸ਼ਿਪ ਬਣਾ ਦੇ, ਕਿਉਂਕਿ ਜਿਹੜੀ ਲੀਡਰਸ਼ਿਪ ਮੁਲਕ 'ਚ ਚੱਲ ਰਹੀ ਹੈ ਵੱਖ-ਵੱਖ, ਉਹਨਾਂ ਦੇ ਉੱਤੇ ਸੈਂਕੜੇ ਕੇਸਾਂ ਦਾ ਡਰ ਹੋ ਰਿਹਾ। ਤੁਸੀਂ ਰਣਿੰਦਰ ਸਿੰਘ 'ਤੇ ਭੇਜ ਦਿੱਤਾ ਈਡੀ ਨੂੰ, ਮਿਸਯੂਜ਼ ਆਫ ਦੀ ਪਾਵਰ। ਮੈਂ ਕਹਿੰਦਾ ਜੇ ਕੋਈ ਬੰਦਾ ਚੋਰ ਹੈ ਉਹਨੂੰ ਪਹਿਲਾਂ ਕਿਉਂ ਛੱਡ ਜਾਓ? ਫਿਰ ਤੁਸੀਂ ਜਿੱਦੇ ਤੁਹਾਡੇ ਵਿਰੁੱਧ ਬੋਲਦਾ ਉਹਦੇ ਤੁਸੀਂ ਉਹਦੇ 'ਤੇ ਕੇਸ ਬਣਾ ਰਹੇ ਹੋਗੇ। ਸੋ ਇਹ ਪੁੱਗਣਾ ਨਹੀਂ ਹੈ। ਕਿ ਅੱਜ ਮੈਂ ਇਹ ਕਹਿਣ ਨੂੰ ਤਿਆਰ ਹਾਂ, ਮੈਂ ਜ਼ਿੰਮੇਵਾਰੀ ਨਾਲ ਕਹਿਣ ਨੂੰ ਤਿਆਰ ਹਾਂ ਵੀ ਅੱਜ ਬੀਜੇਪੀ ਦੇ ਸਾਰੇ ਐਕਸਪੋਜ਼ ਕਰਨੇ ਸ਼ੁਰੂ ਕਰ ਦਿਓ। ਜਿਹੜੇ ਅਕਾਲੀ ਦਲ 'ਚ ਇੱਥੇ ਬੀਜੇਪੀ ਦੇ ਮੰਤਰੀ ਰਹੇ ਨੇ, ਉਹਨਾਂ ਦਾ ਤੁਸੀਂ ਐਕਸਪੋਜ਼ ਕਰਨਾ ਸ਼ੁਰੂ ਕਰ ਦਿਓ। ਤੁਹਾਨੂੰ ਪਤਾ ਲੱਗ ਜੂ ਵੀ ਠੱਗੀਆਂ ਕਿੰਨੀਆਂ ਸੀਗੀਆਂ। ਠੱਗੀਆਂ ਤਾਂ ਇਹ ਪੋਲੀਟੀਸ਼ੀਅਨ ਜਿਹੜਾ ਪੈਸੇ ਕਮਾ ਰਿਹਾ, ਪੈਸੇ ਕਮਾਉਣ 'ਚ ਉਹਨੂੰ ਧੋਖਾ ਦੇ ਜਾਂਦੇ ਨੇ ਲੋਕ ਵੀ ਚੰਗਾ ਜੀ ਐਂ ਹੋ ਜੂ, ਐਂ ਹੋ ਜੂ। ਇਹ ਕੋਈ ਜ਼ਰੂਰੀ ਨਹੀਂ ਵੀ ਉਸਨੇ ਜਾਣਬੁੱਝ ਕੇ ਠੱਗੀ ਮਾਰੀ ਹੋਵੇ, ਪਰ ਫਿਰ ਵੀ ਉਹ ਕਾਗਜ਼ ਠੱਗੀਆਂ 'ਚ ਆ ਜਾਂਦਾ ਹੁੰਦਾ। ਜਦ ਕਿਉਂਕਿ ਬਹੁਤਾ ਪਤਾ ਨਹੀਂ ਲੱਗਦਾ ਕੀ ਹੋ ਗਿਆ ਕੀ ਨਹੀਂ ਹੋਗਾ। ਥੱਲੇ ਵਾਲੇ ਮਾਰ ਗਏ, ਨਾਲ ਦੇ ਮਾਰ ਗਏ, ਰਿਸ਼ਤੇਦਾਰ ਮਾਰ ਗਏ, ਤੁਸੀਂ ਕਿਹਨੂੰ ਕਹੋਗੇ? ਸੋ ਇਹ ਤੌਰ ਤਰੀਕਾ ਗਲਤ ਹੈ, ਇਹ ਨਹੀਂ ਚਾਹੀਦਾ। ਇਹਦੇ ਵਿੱਚ ਇਹ ਸਟਰਗਲ ਮੈਨੂੰ ਐਂ ਲੱਗਦਾ ਵੀ ਇਕੱਲੇ ਪੰਜਾਬ ਵਾਸਤੇ ਨਹੀਂ, ਇਹ ਪੂਰੇ ਮੁਲਕ ਵਾਸਤੇ ਇੱਕ ਨਵਾਂ ਸੂਰ ਚੜ੍ਹਾਏਗਾ। ਅੱਜ ਦੇ ਹਾਲਤ ਦੇ ਵਿੱਚ, ਅੱਜ ਦੇ ਪੜਾਅ ਦੇ ਉੱਤੇ ਇਹ ਸਟਰਗਲ ਕਮਜ਼ੋਰ ਤਾਂ ਹੋਣਾ ਨਹੀਂ। ਇਹ ਸਟਰਗਲ ਕਿੱਥੇ ਤੱਕ ਪਹੁੰਚਦਾ ਉਹ ਗੱਲ ਵੱਖਰੀ ਹੈ, ਪਰ ਇਹ ਸਟਰਗਲ ਨੇ ਇੱਕ ਨੀਂਹ ਰੱਖਤੀ ਹੈ, ਜਿਵੇਂ ਆਜ਼ਾਦੀ ਦੀ ਲੜਾਈ ਦੀ ਨੀਂਹ ਰੱਖੀ ਗਈ ਸੀ 1919 'ਚ। ਜਲਿਆਂਵਾਲੇ ਬਾਗ ਰਾਹੀਂ ਐਂ ਭਖ ਗਈ ਮੂਵਮੈਂਟ, ਹੁਣ ਇਹ ਮੂਵਮੈਂਟ ਉੱਦਾਂ ਦੀ ਭਖੂਗੇ। ਜਲਿਆਂਵਾਲਾ ਬਾਗ ਦੂਜਾ ਹੋਣ ਦੀ ਤਿਆਰੀ ਹੈ। ਇਹਦੇ ਵਿੱਚ ਕੇਂਦਰ ਜਲਿਆਂਵਾਲੇ ਬਾਗ ਵਾਲੀ ਤਿਆਰੀ ਕਰਨ 'ਚ ਲੱਗਿਆ ਹੋਇਆ। ਉਹ ਕਦ ਕਰਦਾ ਉਹ ਉਹਦੇ ਉੱਤੇ ਨਿਰਭਰ ਕਰਦਾ। ਤੇ ਪੰਜਾਬੀ ਡਟ ਕੇ ਖੜੇ ਨੇ ਵੀ ਕੋਈ ਗੱਲ ਨਹੀਂ, ਦੇਖੀ ਜਾਊ। ਔਰ ਕਿਸਾਨ ਜਥੇਬੰਦੀਆਂ ਫੈਸਲਾ ਕਰ ਲਿਆ ਵੀ ਅਸੀਂ ਪੂਰੇ ਮੁਲਕ ਨੂੰ ਇਕੱਠਾ ਕਰਾਂਗੇ। ਔਰ ਬੜੀ ਸਿਆਣਪ ਨਾਲ ਗੱਲ ਕਰ ਰਹੇ ਨੇ, ਉਹ ਸ਼ਾਂਤਮਈ ਅੰਦੋਲਨ ਕਰ ਰਹੇ ਨੇ, ਕਿਸੇ ਨੂੰ ਕੋਈ ਤੰਗ ਨਹੀਂ ਕਰ ਰਹੇ, ਤੇ ਜਾਇਜ਼ ਹੱਕ ਹੈ। ਇਹ ਸਾਨੂੰ ਮਹਾਤਮਾ ਗਾਂਧੀ ਨੇ ਸਿਖਾਇਆ। ਆਜ਼ਾਦੀ ਅਸੀਂ ਆਈ ਲੜੀ ਹੈ। ਅਸੀਂ ਉਹਨਾਂ ਦੇ ਪਿਕਟਿੰਗ ਕਰਦੇ ਰਹੇ ਹਾਂ, ਉਹਨਾਂ ਦੀ ਦੁਕਾਨਾਂ ਦੀ ਪਿਕਟਿੰਗ ਕਰਦੇ ਰਹੇ ਹਾਂ ਜਿੱਥੇ ਅੰਗਰੇਜ਼ੀ ਮਾਲ ਵਿਕਦਾ ਸੀ। ਇਹ ਸਾਡਾ ਅਧਿਕਾਰ ਹੈ ਪਿਕਟਿੰਗ ਕਰਨਾ, ਇਹ ਠੀਕ ਕਰ ਰਹੇ ਨੇ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ, ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਕੇਂਦਰ ਦੀ ਨੀਅਤ ਕੀ ਹੈ, ਪੰਜਾਬ ਸਰਕਾਰ ਦੀ ਨੀਤੀ ਕੀ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਬਿੱਲ ਲਿਆਂਦੇ, ਤੇ ਕਿਸਾਨਾਂ ਨੂੰ ਆਪਣਾ ਸੰਘਰਸ਼ ਕਿਸ ਰਾਹ 'ਤੇ ਜੋ ਲੈ ਕੇ ਜਾ ਰਹੇ ਨੇ ਉਸ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਉਹ ਝੱਲਣੀਆਂ ਪੈਣੀਆਂ। ਅਗਲੇ ਸਮੇਂ ਦੇ ਵਿੱਚ ਇਹ ਕਿੱਧਰ ਨੂੰ ਰੁਕ ਜਾਏਗਾ,
ਹਵਾ ਕਿੱਧਰ ਨੂੰ ਵਗਦੀ ਹੈ, ਲੋਕ ਕਿੱਧਰ ਨੂੰ ਜਾਂਦੇ ਨੇ, ਕਿਸਾਨਾਂ ਨੂੰ ਕਿੰਨੀ ਕੁ ਜਿਹੜੀ ਜਿੱਤ ਹਾਸਲ ਹੁੰਦੀ ਹੈ, ਕਿੱਥੇ ਜਾ ਕੇ ਹਾਸਲ ਹੁੰਦੀ ਹੈ, ਉਹ ਇੱਕ ਲੰਮਾ ਪੈਂਡਾ ਜਿਹੜਾ ਉਹ ਦਿਖਾਈ ਦੇ ਰਿਹਾ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।